ਇਸ ਵੈਬੀਨਾਰ ਲੜੀ ਵਿੱਚ ਜਿਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੈਨੂੰ ਪ੍ਰਬੰਧਕਾਂ ਵੱਲੋਂ ਆਗਿਆ ਹੋਈ ਹੈ ਉਹ ਹੈ ਤਿੰਨੋਂ ਹੀ ਖੇਤੀ ਕਾਨੂੰਨ, ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਵੀ ਆਖਦੇ ਹਾਂ, ਔਰ ਉਸ ਦੇ ਦੂਰਗਾਮੀ ਜਿਹੜੇ ਪ੍ਰਭਾਵ ਨੇ ਉਹ ਕੀ ਹੋ ਸਕਦੇ ਨੇ। ਤੇ ਮੈਂ ਉਸ ਦੇ ਬਾਰੇ ਆਪ ਜੀ ਨਾਲ ਸਾਰੀ ਗੱਲਬਾਤ ਕਰਾਂਗਾ। ਉਸ ਤੋਂ ਪਹਿਲਾਂ ਮੈਂ ਸਮਝਦਾ ਕਿ ਇਸ ਦੀ ਬੈਕਗਰਾਊਂਡ ਵਿੱਚ ਜਾਣਾ ਬੜਾ ਜ਼ਰੂਰੀ ਹੈ। ਅਸੀਂ ਇਹ ਮੰਨਦੇ ਹਾਂ ਕਿ ਇਹ ਤਿੰਨੇ ਕਾਨੂੰਨ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਲਿਆਂਦੇ ਗਏ ਨੇ, ਕਿਸਾਨੀ ਨੂੰ ਬਰਬਾਦ ਕਰਨ ਦੇ ਵਾਸਤੇ, ਔਰ ਕਾਰਪੋਰੇਟਾਂ ਦੇ ਨਾਲ ਇੱਕ ਤੈਅਸ਼ੁਦਾ ਸੌਦੇਬਾਜ਼ੀ ਅਧੀਨ ਇਹ ਤਿੰਨੇ ਕਾਨੂੰਨ ਲਿਆਂਦੇ ਗਏ ਨੇ। ਤੁਸੀਂ ਹੈਰਾਨ ਹੋਵੋਗੇ ਇਹ ਦੇਖ ਕੇ ਕਿ ਦੂਜੀ ਵਾਰ ਨਰਿੰਦਰ ਮੋਦੀ ਪ੍ਰਧਾਨ ਬਣਦੇ ਨੇ 30 ਮਈ 2019 ਨੂੰ, ਉਹ ਸਹੁੰ ਚੁੱਕਦੇ ਨੇ, ਔਰ 15 ਜੂਨ 15 ਦਿਨ ਬਾਅਦ ਨੀਤੀ ਆਯੋਗ ਦੀ ਇੱਕ ਮੀਟਿੰਗ ਹੁੰਦੀ ਹੈ ਜਿਹਦੀ ਪ੍ਰਧਾਨਗੀ ਪ੍ਰਾਈਮ ਮਿਨਿਸਟਰ ਕਰਦੇ ਨੇ। ਉਸ ਦੇ ਵਿੱਚ ਉਹ ਇਹ ਏਜੰਡਾ ਤੈਅ ਕਰ ਦਿੰਦੇ ਨੇ ਕਿ ਖੇਤੀ ਖੇਤਰ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਇਸ ਦੇ ਲਈ ਅੱਜ ਹੀ ਇੱਕ ਹਾਈ ਪਾਵਰ ਜਿਹੜੀ ਕਮੇਟੀ ਹੈ ਉਹ ਬਣਾਈ ਜਾਏ, ਔਰ ਉਸ ਦੇ ਸਾਰੇ ਦਿਸ਼ਾ ਨਿਰਦੇਸ਼ ਉਹ ਉਸੇ ਦਿਨ ਆਪਣੀ ਜ਼ੁਬਾਨੀ ਲਕੀਰ ਦਿੰਦੇ ਨੇ, ਤੇ ਨਾਲ ਇਹ ਵੀ ਆਖਦੇ ਨੇ ਕਿ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈਗਾ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣ। ਯਾਨੀ ਵਿਦਿਨ 15 days after taking over as prime minister, prime minister was so worried about the reforms in agriculture sector, and he called special meeting of the Niti Ayog। ਉਹਦੇ ਚੋਂ ਇਹ ਏਜੰਡਾ ਸੈੱਟ ਕਰ ਦਿੰਦੇ। ਇੱਕ ਤਾਂ ਇਹ ਜਿਹੜੀ ਕਾਲ ਹੈ ਇਹ ਆਪਣੇ ਆਪ 'ਚ ਹੀ ਸਾਜ਼ਿਸ਼ੀ ਲੱਗਦੀ ਹੈ। 15 ਦਿਨ ਦੇ ਅੰਦਰ ਅੰਦਰ ਉਸ ਤੋਂ ਬਾਅਦ ਇਹ ਜੂਨ 'ਚ ਮੀਟਿੰਗ ਹੁੰਦੀ ਹੈ, ਤੇ ਨਾਲ ਦੀ ਨਾਲ ਜਿਹੜੀ ਹੈ ਉਹ ਕਮੇਟੀ ਬਣ ਜਾਂਦੀ ਹੈ, ਔਰ ਜਿਹੜੀ ਕਮੇਟੀ ਬਣਦੀ ਹੈ ਇਹ ਗਵਰਨਿੰਗ ਬਾਡੀ ਦੀ ਮੀਟਿੰਗ ਹੈ। ਜਿਹੜੀ ਹਾਈ ਪਾਵਰ ਕਮੇਟੀ ਚੀਫ ਮਿਨਿਸਟਰ ਦੀ ਬਣਾਉਂਦੇ ਨੇ ਉਹਦੇ 'ਚ ਤੁਸੀਂ ਹੈਰਾਨ ਹੋਵੋਗੇ ਕਿ ਉਸ ਦੇ ਵਿੱਚ ਉਹਦਾ ਚੇਅਰਮੈਨ ਜਿਹੜਾ ਹੈ ਉਹ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਮਿਸਟਰ ਦੇਵੇਂਦਰ ਫਡਨਵਿਸ ਨੂੰ ਬਣਾਇਆ ਜਾਂਦਾ। ਉਹਦੇ 'ਚ ਕਰਨਾਟਕਾ ਦਾ ਮੁੱਖ ਮੰਤਰੀ ਸ਼ਾਮਲ ਹੈ, ਹਰਿਆਣੇ ਦਾ ਮੁੱਖ ਮੰਤਰੀ ਸ਼ਾਮਲ ਹੈ, ਅਰੁਣਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਸ਼ਾਮਲ ਹੈ, ਗੁਜਰਾਤ ਦਾ ਮੁੱਖ ਮੰਤਰੀ ਸ਼ਾਮਲ ਹੈ, ਮੱਧ ਪ੍ਰਦੇਸ਼ ਤੇ ਯੂਪੀ ਦਾ ਮੁੱਖ ਮੰਤਰੀ ਸ਼ਾਮਲ ਹੈ, ਨਾਲ ਸੈਂਟਰ ਦਾ ਜਿਹੜਾ ਖੇਤੀਬਾੜੀ ਮੰਤਰੀ ਹੈ ਉਹ ਸ਼ਾਮਲ ਹੈ, ਤੋਮਰ। ਪਰ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ, ਜਿਹੜੀ ਦੇਸ਼ ਦੀ ਅੰਨ ਦੀ ਜਿਹੜੀ ਅੰਨ ਭੰਡਾਰ ਨੇ ਉਹਦੇ 'ਚ ਉਹਦੀ ਲਾਰਜੈਸਟ ਕੰਟਰੀਬਿਊਸ਼ਨ ਹੈ, ਔਰ ਉਹਦਾ ਇਸ ਕਮੇਟੀ ਵਿੱਚ ਕੋਈ ਜ਼ਿਕਰ ਨਹੀਂ ਹੈ। ਪੰਜਾਬ ਵਾਜ਼ ਇਗਨੋਰਡ। ਇਹ ਦੂਜੀ ਸਾਜ਼ਿਸ਼ ਕਿ ਪੰਜਾਬ ਨੂੰ ਕਿਵੇਂ ਭੁੱਲ ਗਏ ਉਹ। ਖੇਤੀ ਸੁਧਾਰਾਂ ਦੇ ਵਾਸਤੇ ਇੱਕ ਕਮੇਟੀ ਬਣ ਰਹੀ ਹੈ, ਪੰਜਾਬ ਜਿਹੜਾ ਸਭ ਤੋਂ ਵੱਡਾ ਖੇਤੀ ਪ੍ਰਧਾਨ ਸੂਬਾ, ਉਹਦੀ ਕੋਈ ਨੁਮਾਇੰਦਗੀ ਨਹੀਂ ਹੈ, ਔਰ ਉਹਦੀ ਪਹਿਲੀ ਮੀਟਿੰਗ ਜਿਹੜੀ ਹੈ ਉਹ ਜੁਲਾਈ ਵਿੱਚ ਹੋ ਜਾਂਦੀ ਹੈ ਉਸ ਕਮੇਟੀ ਦੀ। ਯਾਨੀ ਜੂਨ 'ਚ ਨੀਤੀ ਆਯੋਗ ਦੀ ਜਿਹੜੀ ਗਵਰਨਿੰਗ ਕਾਉਂਸਲ ਆ ਉਹਦੀ ਮੀਟਿੰਗ ਹੁੰਦੀ ਹੈ 15 ਜੂਨ ਨੂੰ। ਉਹਦੇ 'ਚ ਹੀ ਇਹ ਗਰੁੱਪ ਕੰਸਟੀਚਿਊਟ ਹੋ ਜਾਂਦਾ, ਹਾਈ ਪਾਵਰ ਕਮੇਟੀ ਜਿਹੜੀ ਹੈ, ਔਰ ਉਹਦੀ ਪ੍ਰਧਾਨਗੀ ਜਿਹੜੀ ਆ ਬੀਜੇਪੀ ਦੇ ਮੁੱਖ ਮੰਤਰੀ ਨੂੰ ਦਿੱਤੀ ਜਾਂਦੀ ਹੈ। ਚਾਹੀਦਾ ਤਾਂ ਇਹ ਸੀ ਜੇ ਖੇਤੀ ਖੇਤਰ ਵਿੱਚ ਤੁਸੀਂ ਕੋਈ ਰਿਫਾਰਮਸ ਕਰਨੀਆਂ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦਾ ਚੇਅਰਮੈਨ ਬਣਾਉਂਦੇ, ਲੇਕਿਨ ਐਸਾ ਨਹੀਂ ਹੋਇਆ। ਇਹਦੀਆਂ ਵਜੂਹਾਤ ਉਹ ਜਾਣਦੇ ਨੇ। ਉਸ ਤੋਂ ਬਾਅਦ ਜਦੋਂ ਪਹਿਲੀ ਮੀਟਿੰਗ ਉਹਨਾਂ ਦੀ ਜੁਲਾਈ 'ਚ ਹੁੰਦੀ ਹੈ, ਸੀ ਹਾਊ ਐਕਸਪੀਡੀਸ਼ੀਅਸਲੀ ਇਹਦੇ ਤੇ ਕੰਮ ਸ਼ੁਰੂ ਹੁੰਦਾ, ਜਿਵੇਂ ਪਿੱਛੇ ਕੋਈ ਡਾਂਗ ਲੈ ਕੇ ਮਗਰ ਪਿਆ ਹੁੰਦਾ ਨਾ ਮੋਦੀ ਦੇ, ਵੀ ਇਹ ਫੌਰੀ ਤੌਰ ਤੇ ਕਰਨਾ ਹੈ। ਹੁਣ ਤੁਸੀਂ ਸਮਝ ਗਏ ਕਿ ਪਿੱਛੇ ਡਾਂਗ ਲੈ ਕੇ ਕੌਣ ਪਿਆ ਹੋਇਆ ਸੀ। ਉਹ ਸੀਗੇ ਅਡਾਨੀ ਤੇ ਅੰਬਾਨੀ।
ਜਿਨ੍ਹਾਂ ਨੇ ਇਹ ਸਾਰਾ ਕੁਝ ਤਿਆਰ ਕੀਤਾ ਸੀ, ਜਿਨ੍ਹਾਂ ਲਈ ਇਹ ਸਾਰਾ ਅਡੰਬਰ ਰਚਿਆ ਗਿਆ ਸੀ। ਜਦੋਂ ਪੰਜਾਬ ਨੂੰ ਪਤਾ ਲੱਗਿਆ ਕਿ ਇਦਾਂ ਦੀ ਕੋਈ ਕਮੇਟੀ ਬਣ ਗਈ ਹੈ ਤੇ ਪੰਜਾਬ ਵਾਲਿਆਂ ਨੇ ਪ੍ਰੋਟੈਸਟ ਕੀਤਾ ਤੇ ਅਗਸਤ ਦੇ ਪਹਿਲੇ ਹਫ਼ਤੇ ਪੰਜਾਬ ਨੂੰ ਉਹਦਾ ਮੈਂਬਰ ਬਣਾ ਲਿਆ ਗਿਆ। ਫਿਰ ਉਹਦੀ ਦੂਜੀ ਮੀਟਿੰਗ ਜਿਹੜੀ ਹੈ ਉਹ ਬੰਬੇ ਹੁੰਦੀ ਹੈ। ਉਹਦੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਜਾਂਦੇ। ਇਹ ਵੀ ਆਪਣੇ ਆਪ 'ਚ ਇੱਕ ਸਵਾਲ ਹੈ ਕਿ ਜਦੋਂ ਤੁਸੀਂ ਇੰਨਾ ਜ਼ੋਰ ਲਾ ਕੇ ਕਮੇਟੀ ਦੇ ਮੈਂਬਰ ਬਣਦੇ ਹੋ, ਪਹਿਲਾਂ ਪ੍ਰੋਟੈਸਟ ਕਰਦੇ ਹੋ, ਤੇ ਫਿਰ ਤੁਸੀਂ ਪੰਜਾਬ ਨੂੰ ਪ੍ਰਤੀਨਿਧਤਾ ਕਰਨ ਉਸ ਮੀਟਿੰਗ 'ਚ ਹੀ ਨਹੀਂ ਜਾਂਦੇ। that shows how non-serious was the ਪੰਜਾਬ ਚੀਫ ਮਿਨਿਸਟਰ also। ਉਹ ਆਪਣੇ ਤੋਂ ਫਾਈਨਾਂਸ ਮਿਨਿਸਟਰ ਨੂੰ ਭੇਜ ਦਿੰਦੇ ਨੇ। ਉਹਨਾਂ ਦੀ ਦੂਸਰੀ ਮੀਟਿੰਗ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਹੈ। ਉਸ ਤੋਂ ਬਾਅਦ ਇੱਕ ਮੀਟਿੰਗ ਜਿਹੜੀ ਹੈ ਅਗਸਤ ਤੋਂ ਬਾਅਦ ਫਿਰ ਸਤੰਬਰ 'ਚ ਹੁੰਦੀ ਹੈ। ਸਤੰਬਰ ਵਾਲੀ ਮੀਟਿੰਗ ਜਿਹੜੀ ਹੈ ਉਹ ਵੀ, ਉਹਦੇ 'ਚ ਵੀ ਮਿਸਟਰ ਸੰਜੇ ਅਗਰਵਾਲ ਜਿਹੜੇ ਕੇਂਦਰ ਦੇ ਐਗਰੀਕਲਚਰ ਸੈਕਟਰੀ ਨੇ, ਉਹ ਵਰਚੁਅਲ ਮੀਟਿੰਗ ਕਰਦੇ ਨੇ। ਉਹਦੇ 'ਚ ਐਗਰੀਕਲਚਰ ਸੈਕਟਰੀਜ਼ ਨੂੰ ਬੁਲਾਉਂਦੇ ਨੇ ਤੇ ਉਹਦੇ 'ਚ ਸਾਡਾ ਪੰਜਾਬ ਦਾ ਐਗਰੀਕਲਚਰ ਸੈਕਟਰੀ ਕਾਹਨ ਸਿੰਘ ਪੰਨੂ ਜਿਹੜਾ ਹੈ, ਉਹਨੇ ਕੁਝ ਖਦਸ਼ੇ, ਕੁਝ ਸਵਾਲ ਖੜੇ ਕੀਤੇ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਤੁਸੀਂ ਕਲੈਰੀਫਿਕੇਸ਼ਨ ਦਿਓ, ਜਿਹੜੀਆਂ ਤੁਸੀਂ ਜਿਹੜੀ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਸੁਸਾਇਟੀਜ਼, ਕਮੇਟੀਆਂ, APMC ਐਕਟ ਵਗੈਰਾ, ਉਹਨੂੰ ਸਾਰੇ ਨੂੰ ਖਤਮ ਕਰਨ ਜਾ ਰਹੇ ਹੋ। ਇਹਦੇ ਬਾਰੇ ਵੀ ਨੀਡ ਸਰਟਨ ਕਲੈਰੀਫਿਕੇਸ਼ਨਸ। ਤੋਂ ਅੱਗੋਂ ਸੰਜੇ ਅਗਰਵਾਲ ਕਹਿੰਦਾ ਵੀ ਇਹ ਤਾਂ ਸਾਰੇ ਫੈਸਲੇ ਹੋ ਚੁੱਕੇ ਨੇ। ਇਹ ਵੀ ਗੱਲ ਸਮਝਣ ਵਾਲੀ ਕਿ ਸਾਰੇ ਫੈਸਲੇ ਹੋ ਚੁੱਕੇ ਨੇ, ਇਹ ਤਾਂ ਛੇਤੀ ਇੱਕ ਆਰਡੀਨੈਂਸ ਦੇ ਰੂਪ 'ਚ ਆ ਰਿਹਾ ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਖਤੋ ਖਤਾਬਤ ਕਰਨੀ ਆ ਉਹ ਤੁਸੀਂ ਭਾਰਤ ਸਰਕਾਰ ਨਾਲ ਕਰ ਲੈਣਾ। ਉਸ ਤੋਂ ਬਾਅਦ ਜੀ ਇਹ 3 ਮੀਟਿੰਗਾਂ ਹੋਲੀਆਂ। ਤਿੰਨਾਂ ਮੀਟਿੰਗਾਂ ਦੀ ਕੋਈ ਪ੍ਰੋਸੀਡਿੰਗਸ ਨਹੀਂ ਹੈ। RTI ਐਕਟਿਵਿਸਟ ਅੰਜਲੀ ਭਾਰਤਵਾਜ ਨੇ ਇਹਨਾਂ ਦੀਆਂ ਪ੍ਰੋਸੀਡਿੰਗਸ ਮੰਗੀਆਂ, ਦੇ ਰਿਫਿਊਜ਼ਡ। ਨਾਓ ਇਹਦੇ 'ਚ ਇੱਕ ਹੋਰ ਸਾਜ਼ਿਸ਼ ਜਿੱਥੋਂ ਸਾਬਤ ਹੁੰਦੀ ਹੈ, this high power committee and its agenda was set by ਨੀਤੀ ਆਯੋਗ ਦੀ ਜਿਹੜੀ ਗਵਰਨਿੰਗ ਬੋਡੀ ਹੈ। ਇਹ ਉਹਨਾਂ ਦੀ ਸਬ ਕਮੇਟੀ ਬਣਦੀ ਹੈ। ਇਸ ਕਮੇਟੀ ਨੇ ਨੀਤੀ ਆਯੋਗ ਨੂੰ ਆਪਣੀ ਕੋਈ ਰਿਪੋਰਟ ਹੀ ਨਹੀਂ ਦਿੱਤੀ ਔਰ ਨੀਤੀ ਆਯੋਗ ਦੀ ਪਹਿਲੀ ਮੀਟਿੰਗ ਜਿਹੜੀ 15 ਜੂਨ ਨੂੰ ਹੁੰਦੀ ਹੈ 2019 ਨੂੰ, ਉਸ ਤੋਂ ਲੈ ਕੇ ਅੱਜ ਤੱਕ ਦੂਜੀ ਮੀਟਿੰਗ ਹੀ ਨਹੀਂ ਹੋਈ ਜਿਸ ਮੀਟਿੰਗ 'ਚ ਇਸ ਕਮੇਟੀ ਦੀ ਰਿਪੋਰਟ ਅਪਰੂਵ ਕਰਨੀ ਸੀ। ਇਟ ਵਾਜ਼ ਮੈਂਡੇਟਰੀ। ਉਸ ਤੋਂ ਇਲਾਵਾ ਜਿਹੜੀ ਚੀਫ ਮਿਨਿਸਟਰਸ ਕਾਨਫਰੰਸ ਹੈ, ਜਿਹਦੇ 'ਚ ਜਿਹੜੀਆਂ UTs ਨੇ ਉਹਨਾਂ ਦੇ ਲੈਫਟੀਨੈਂਟ ਗਵਰਨਰਸ ਔਰ ਗਵਰਨਰਸ ਵੀ ਸ਼ਾਮਲ ਹੁੰਦੇ ਨੇ, ਉਸ ਮੀਟਿੰਗ ਵਿੱਚ ਵੀ ਇਸ ਕਮੇਟੀ ਦੀ ਰਿਪੋਰਟ ਪੇਸ਼ ਹੋਣੀ ਸੀ। ਇਹ ਵੀ ਮੈਂਡੇਟਰੀ ਸੀ। ਇਹ ਦੋਵੇਂ ਗੱਲਾਂ ਨਹੀਂ ਹੋਈਆਂ। ਕਮੇਟੀ ਦੀ ਰਿਪੋਰਟ ਕਿੱਥੇ ਹੈ, ਕਦੋਂ ਦਿੱਤੀ ਗਈ ਹੈ, ਇਹ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਜਾਂ ਐਗਰੀਕਲਚਰ ਮਿਨਿਸਟਰ ਤੋਂ ਬਿਨਾਂ ਚੌਥੇ ਕਿਸੇ ਬੰਦੇ ਨੂੰ ਨਹੀਂ ਪਤਾ। ਜਾਂ ਇਹਨਾਂ ਦੇ ਬਾਰੇ, ਕਿਉਂਕਿ ਜਿੱਥੇ ਇਹ ਕਨਸੀਵ ਕੀਤਾ ਗਿਆ ਆਈਡੀਆ, ਇਹਦਾ ਕਾਰਪੋਰੇਟ ਜਿਹੜੇ ਅਡਾਨੀਜ਼ ਹੈਗੇ ਨੇ, ਅੰਬਾਨੀਜ਼ ਨੇ, ਉਹਨਾਂ ਨੂੰ ਪਤਾ ਹੈ ਵੀ ਕੀ ਰਿਪੋਰਟ ਸੀ, ਕੀ ਹੋਈ, ਕਿਵੇਂ ਹੋਈ। ਉਸ ਤੋਂ ਬਾਅਦ 5 ਜੂਨ ਨੂੰ ਆਰਡੀਨੈਂਸ ਆ ਜਾਂਦੇ ਨੇ। ਆਰਡੀਨੈਂਸ ਜਿਹੜੇ ਨੇ ਉਹ ਉਸ ਵੇਲੇ ਆਉਂਦੇ ਨੇ ਜਦੋਂ ਪੀਕ ਸੀਜ਼ਨ ਆ ਕੋਵਿਡ ਮਹਾਮਾਰੀ ਦਾ। 3 ਆਰਡੀਨੈਂਸ ਆਏ। ਉਹਦੇ 'ਚ ਹੈਰਾਨੀ ਦੀ ਗੱਲ ਹੈ, ਉਹ ਆਰਡੀਨੈਂਸ ਵੀ ਆ ਗਿਆ ਜਿਹੜਾ ਪ੍ਰਾਈਮ ਮਿਨਿਸਟਰ ਨੇ ਕਿਹਾ ਨਾ ਕਿ ਇਹ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਇਹਨੂੰ ਵੀ ਅਮੈਂਡ ਕਰਨ ਦੀ ਜ਼ਰੂਰਤ ਹੈ। ਐਸੈਂਸ਼ੀਅਲ ਕਮੋਡਿਟੀ ਐਕਟ 1955। ਹੁਣ ਪ੍ਰਧਾਨ ਮੰਤਰੀ ਨੂੰ 15 ਦਿਨ ਦੇ ਅੰਦਰ ਅੰਦਰ ਸੁਪਨਾ ਕਿੱਥੋਂ ਆ ਗਿਆ ਕਿ 1955 ਦਾ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਤੇ ਉਹਦੇ 'ਚ ਅਮੈਂਡਮੈਂਟ ਕਰਨੀ ਹੈ, ਕਿਉਂਕਿ ਇਹ ਪ੍ਰੀ ਮੈਡੀਟੇਟਡ ਨੋਸ਼ਨਸ, ਸਾਰਾ ਕੁਝ ਪਹਿਲਾਂ ਤੈਅ ਹੋ ਚੁੱਕਿਆ ਸੀ। ਉਹ ਵੀ ਅਮੈਂਡ ਕਰਤਾ, ਉਸੇ 'ਚ ਹੀ ਕਰਤਾ ਜਿਹੜੇ ਆਰਡੀਨੈਂਸ ਆਏ 3। ਉਸ ਤੋਂ ਬਾਅਦ
3 ਮਹੀਨੇ ਖੂਬ ਰੌਲਾ ਰੱਪਾ ਪਿਆ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸ਼ੁਰੂ ਕੀਤਾ ਪ੍ਰੋਟੈਸਟ ਆਪਣਾ। ਮੈਂ ਵੀ ਇੱਕ ਆਰਟੀਕਲ ਲਿਖਿਆ, ਇੱਕ ਮੇਥੋਂ ਪਹਿਲਾ ਆਰਟੀਕਲ ਡਾਕਟਰ SS ਜੌਲ ਹੋਰਾਂ ਨੇ ਇਹਨਾਂ ਤਿੰਨਾਂ ਆਰਡੀਨੈਂਸਾਂ ਦੇ ਹੱਕ 'ਚ ਲਿਖਿਆ ਕਿ ਇਹ ਕਿਸਾਨ ਦੇ ਹਿੱਤ 'ਚ ਨੇ। ਮੈਂ ਆਪਣਾ ਉਹਨਾਂ ਦਾ ਆਰਟੀਕਲ ਪੜ੍ਹਨ ਤੋਂ ਬਾਅਦ ਦੂਸਰਾ ਆਰਟੀਕਲ ਮੈਂ ਲਿਖਿਆ ਕਿ ਨਹੀਂ, ਇਹ ਤਾਂ ਇਹ ਕਿਸਾਨ ਦੀ ਬਰਬਾਦੀ ਦਾ ਇੱਕ ਬੰਨ ਨੂੰ ਭਾਰਤ ਸਰਕਾਰ ਨੇ ਬੰਨਿਆ, ਇਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ। ਔਰ ਉਹ 'ਚ ਮੈਂ ਸਾਰਾ ਕੁਝ ਦੱਸਿਆ ਵੀ ਇਹਨਾਂ ਨੇ MSP ਖਤਮ ਕਰ ਦਿੱਤੀ ਹੈ, ਔਰ MSP ਤੋਂ ਬਿਨਾਂ ਹੁਣ ਪੰਜਾਬ ਦੇ ਕਿਸਾਨ ਦੀ ਸਰਵਾਈਵਲ ਜਿਹੜੀ ਹੈ ਉਹ ਸੰਭਵ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜਾ ਅਲਟਰਨੇਟ ਨਿਜ਼ਾਮ ਉਹਨਾਂ ਨੇ ਦਿੱਤਾ ਸਾਨੂੰ, ਉਹਦੇ 'ਚ ਕਿਤੇ MSP ਦਾ ਜ਼ਿਕਰ ਨਹੀਂ ਹੈ। ਤਿੰਨਾਂ ਕਾਨੂੰਨਾਂ 'ਚ ਨਾ ਕਿਤੇ FCI ਦਾ ਜ਼ਿਕਰ ਹੈ। ਇਹ ਜਿਹੜਾ ਤਕਰੀਬਨ 40-50 ਸਾਲ ਤੋਂ ਜਿਹੜਾ ਨਿਜ਼ਾਮ ਚੱਲ ਰਿਹਾ ਹੈਗਾ MSP ਦਾ, ਇਹਦੇ 'ਚ FCI ਖਰੀਦ ਦੀ ਜ਼ਿੰਮੇਵਾਰੀ ਉਹਨਾਂ ਕੋਲ ਹੈ, ਪੇਮੈਂਟਸ ਦੀ ਜ਼ਿੰਮੇਵਾਰੀ ਉਹਦਾ ਕੋਲ ਹੈ। ਉਹਨਾਂ ਦੇ ਬਿਹਾਫ ਤੇ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ ਉਹ ਮੰਡੀ 'ਚ ਜਾਂਦੀਆਂ ਨੇ, ਮੰਡੀ 'ਚ ਖਰੀਦ ਕਰਦੀਆਂ ਨੇ, ਮਾਰਕੀਟ ਕਮੇਟੀ ਸਾਰੇ ਪ੍ਰਬੰਧ ਕਰਦੀ ਹੈ, ਉਹਦੇ ਵਿੱਚ ਆੜਤੀ ਸ਼ਾਮਲ ਨੇ। ਉਹ ਸਾਰਾ ਕੁਝ ਇਹਨਾਂ ਨੇ ਮਨਫੀ ਕਰਤਾ। ਨਾਲੇ ਵੀ ਕਹਿਤਾ ਨਵੇਂ ਐਕਟ ਦੇ ਮੁਤਾਬਕ ਕਿ ਇਹਦੇ ਇਸ ਨਵੇਂ ਰਜੀਮ 'ਚ ਕੋਈ ਮਾਰਕੀਟ ਫੀਸ ਨਹੀਂ ਦਿੱਤੀ ਜਾਏਗੀ, ਔਰ ਕੰਟਰੈਕਟ ਫਾਰਮਿੰਗ ਦਾ ਇੱਕ ਨਵਾਂ ਨਿਜ਼ਾਮ ਜਿਹੜਾ ਸੀ ਉਹ ਦੇ ਦਿੱਤਾ। ਉਹਦਾ ਪਰਫਾਰਮਾ ਵੀ ਆ ਗਿਆ। ਹੁਣ ਕੰਟਰੈਕਟ ਫਾਰਮਿੰਗ ਜਿਹੜਾ ਕਿਸਾਨ ਪੰਜਾਬ ਦਾ ਛੋਟਾ ਕਿਸਾਨ ਆ, ਜਿਹਦੇ ਕੋਲ 2 ਏਕੜ ਜ਼ਮੀਨ ਆ, ਜਿਹਦੇ ਕੋਲ 3 ਏਕੜ ਜ਼ਮੀਨ ਆ ਜਾਂ 5 ਏਕੜ ਜ਼ਮੀਨ ਆ, ਇਸ ਤੋਂ ਪਹਿਲਾਂ ਜ਼ਰੂਰੀ ਸੀ ਕਿ ਏਡੀ ਵੱਡੀਆਂ ਤਬਦੀਲੀਆਂ ਜਾਂ ਰਿਫਾਰਮਸ ਲਿਆਉਣ ਤੋਂ ਪਹਿਲਾਂ ਇਹਦੇ ਬਾਰੇ ਵਿਆਪਕ ਸਲਾਹ ਮਸ਼ਵਰੇ ਦੀ ਜ਼ਰੂਰਤ ਸੀ ਕਿਸਾਨਾਂ ਨਾਲ, ਕਿਸਾਨਾਂ ਦੀਆਂ ਜਥੇਬੰਦੀਆਂ ਨਾਲ, ਜਿਹੜੇ ਸਾਡੇ ਐਗਰੀਕਲਚਰ ਦੇ ਐਕਸਪਰਟ ਸੀ, ਜਿਹੜੇ ਐਗਰੀਕਲਚਰ ਇਕਨੋਮਿਕਸ ਨੂੰ ਸਮਝਣ ਵਾਲੇ ਲੋਕ ਸੀ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਸ ਤੋਂ ਬਾਅਦ ਫਿਰ ਕੋਈ ਆਮ ਸਹਿਮਤੀ ਬਣਦੀ, ਫਿਰ ਇਹ ਕਾਨੂੰਨ ਆਉਂਦੇ। ਲੇਕਿਨ ਇਹ ਕੋਵਿਡ ਮਹਾਮਾਰੀ ਜਦੋਂ ਸਾਰੀ ਦੁਨੀਆ 'ਚ ਕੋਹਰਾਮ ਮਚਿਆ, ਰੋਜ਼ ਬੇਸ਼ੁਮਾਰ ਮੌਤਾਂ ਹੋ ਰਹੀਆਂ ਨੇ, ਉਸ ਵੇਲੇ ਪ੍ਰਧਾਨ ਮੰਤਰੀ ਨੂੰ ਕੀ ਜ਼ਰੂਰਤ ਪਈ ਸੀ ਇਹ 3 ਆਰਡੀਨੈਂਸ ਲਿਆਉਣ ਦੀ? ਉਹਦੀ ਵਜ੍ਹਾ ਇਹ ਸੀ ਕਿ ਦੁਨੀਆ ਵਿੱਚ ਕੋਹਰਾਮ ਮਚਿਆ, ਪੰਜਾਬ ਵਿੱਚ ਵੀ ਹੈ, ਹਰਿਆਣੇ 'ਚ ਵੀ ਹੈ, ਦੁਨੀਆ ਮਰ ਰਹੀ ਹੈ, ਲੋਕ ਡਰ ਰਹੇ ਨੇ। ਆਪਾਂ ਕਹਿੰਦੇ ਆ ਵੀ ਕਿਤੇ 4 ਬੰਦੇ ਇਕੱਠੇ ਨਾ ਹੋਣ, ਉਹਨਾਂ ਨੂੰ ਜਦੇ ਬਿਮਾਰੀ ਲੱਗ ਜੂ, ਜੇ ਬਿਮਾਰੀ ਲੱਗ ਗਈ ਤਾਂ ਮੌਤ ਹੋ ਜੂ, ਬੜੀ ਭਿਆਨਕ ਬਿਮਾਰੀ ਹੈ। ਇਸ ਲਈ ਲੋਕਾਂ ਨੇ ਕਿਤੇ ਇਕੱਠੇ ਨਹੀਂ ਹੋਣਾ, ਇਹਨਾਂ ਕਾਨੂੰਨਾਂ ਦਾ ਵਿਰੋਧ ਨਹੀਂ ਹੋ ਸਕਣਾ, ਇਹਨਾਂ ਕਾਨੂੰਨਾਂ ਦੇ ਖਿਲਾਫ ਕੋਈ ਜਥੇਬੰਦਕ ਅੰਦੋਲਨ ਨਹੀਂ ਹੋ ਸਕੇਗਾ। ਇਸ ਲਈ ਅਸੀਂ ਪਾਰਲੀਮੈਂਟ ਦਾ ਸੈਸ਼ਨ ਸੱਦ ਕੇ ਫਿਰ ਉਹਦੇ 'ਚ ਬਿੱਲ ਪੇਸ਼ ਕਰ ਦਾਂਗੇ ਤੇ ਇਹਨੂੰ ਕਾਨੂੰਨ ਬਣਾ ਦਿਆਂਗੇ। ਤੇ ਸਾਰੀ ਦੀ ਸਾਰੀ ਜਿਹੜਾ ਐਗਰੀਕਲਚਰ ਸੈਕਟਰ ਹੈ ਉਸ ਨੂੰ ਅਸੀਂ ਸਪੁਰਦ ਕਰ ਦਿਆਂਗੇ ਅਡਾਨੀਆਂ ਤੇ ਅੰਬਾਨੀਆਂ ਤੇ। ਹੁਣ ਇੱਥੇ ਮੈਂ ਅਰਜ਼ ਕਰਦੇ ਹਾਂ ਕਿ ਭਾਈ ਜਿਹੜੇ ਅਡਾਨੀ ਜਾਂ ਅੰਬਾਨੀਜ਼ ਨੇ ਉਹ ਕਿਉਂ ਐਗਰੀਕਲਚਰ ਸੈਕਟਰ ਨੂੰ ਆਪਣੇ ਅਧਿਕਾਰ 'ਚ ਲੈਣਾ ਚਾਹੁੰਦੇ ਨੇ, ਆਪਣੀ ਮੋਨੋਪੋਲੀ ਕਿਉਂ ਬਣਾਉਣਾ ਚਾਹੁੰਦੇ ਨੇ? ਦੇਖੋ, ਦੁਨੀਆ 'ਚ ਜਿਹੜੇ ਇਕਨੋਮਿਕਸ ਨੂੰ ਸਮਝਦੇ ਨੇ ਜਾਂ ਜਿਹੜੀ ਦੁਨੀਆ ਦੀ ਜੋ ਅਰਥਚਾਰਾ ਹੈ ਉਹਨੂੰ ਸਮਝਦੇ ਨੇ, ਅੱਜ ਸਾਰੀ ਦੁਨੀਆ 'ਚ ਇਕਨੋਮਿਕ ਸਲੋ ਡਾਊਨ ਹੈਗਾ। ਇਹ ਜਿਹੜੀਆਂ ਕੰਪਨੀਆਂ ਨੇ, ਇਹ ਕਾਰਪੋਰੇਟ ਹਾਊਸ, ਇਹ ਗਲੋਬਲ ਕੰਪਨੀਜ਼ ਨੇ, ਇਹਨਾਂ ਦੇ ਵਪਾਰ ਬਾਹਰਲੇ ਮੁਲਕਾਂ 'ਚ ਵੀ ਹੈਗੇ ਨੇ, ਬਹੁਤ ਸਾਰੇ ਦੇਸ਼ਾਂ 'ਚ ਨੇ। ਔਰ ਪ੍ਰਧਾਨ ਮੰਤਰੀ ਤਾਂ ਅਡਾਨੀ ਹੋਰਾਂ ਨੂੰ ਆਪਣੇ ਨਾਲ ਹੀ ਲੈ ਜਾਂਦਾ ਸਰਕਾਰੀ ਜਹਾਜ਼, ਉੱਥੇ ਸੌਦੇ ਸੂਦੇ ਕਰਵਾ ਦਿੰਦੇ ਨੇ ਵੀ ਆਹ ਇਹਨਾਂ ਨੂੰ ਦੇ ਦਿਓ, ਆਹ ਕੰਟਰੈਕਟ ਦੇ ਦਿਓ। ਕਿੰਨੀ ਵਾਰ ਹੋਇਆ, ਇਤਰਾਜ਼ ਵੀ ਕੀਤਾ ਆਪੋਜੀਸ਼ਨ ਪਾਰਟੀਆਂ ਨੇ ਵੀ ਇਸ ਤਰ੍ਹਾਂ ਨਹੀਂ ਚਾਹੀਦਾ। ਕਦੇ ਵੀ ਪ੍ਰਧਾਨ ਮੰਤਰੀ ਆਪਣੇ ਸਰਕਾਰੀ ਦੌਰੇ ਤੇ ਇਸ ਤਰ੍ਹਾਂ ਨਹੀਂ ਲੈ ਕੇ ਜਾਂਦਾ ਵਪਾਰੀਆਂ ਨੂੰ ਆਪਣੇ ਨਾਲ, ਪਰ ਇਹ ਜੱਗੋ ਤੇਰਵੀਂ ਹੋਈ ਹੈ ਵੀ। ਹੁਣ ਅਡਾਨੀਆਂ ਨੇ ਸੋਚਿਆ ਵੀ ਇਹ ਜਿਹੜਾ ਗਲੋਬਲ ਇਕਨੋਮਿਕ ਸਲੋ ਡਾਊਨ ਹੈ ਉਹਦਾ ਪ੍ਰਭਾਵ ਸਾਡੇ ਬਿਜ਼ਨਸ ਤੇ ਪਏਗਾ। ਇਹ ਜਿਹੜਾ ਖੇਤੀਬਾੜੀ ਦਾ ਸੈਕਟਰ ਹੈ, ਇਹਦੇ 'ਚ ਕੋਈ ਸੰਭਾਵਨਾ ਨਹੀਂ ਹੈ
ਕਿ ਕਿਸੇ ਕਿਸਮ ਦਾ ਕੋਈ ਵਪਾਰਕ ਖੱਪਾ ਜਾਂ ਡਿਪਰੈਸ਼ਨ ਆ ਸਕਦਾ। ਉਹਦਾ ਰੀਜ਼ਨ ਇਹ ਹੈ ਕਿ ਜਿੰਨਾ ਚਿਰ ਮਨੁੱਖ ਜਿਉਂਦਾ ਹੈ, ਮਨੁੱਖ ਤੇ ਭੁੱਖ ਇਹ ਦੋਨੇ ਇਨਸੈਪਰੇਬਲ ਨੇ। ਯੂ ਸੀ, ਜਦ ਤੱਕ ਅਸੀਂ ਚਿਖਾ 'ਚ ਨਹੀਂ ਚਲੇ ਜਾਂਦੇ, ਮੌਤ ਨਹੀਂ ਹੋ ਜਾਂਦੀ, ਸਾਡੀ ਭੁੱਖ ਨਹੀਂ ਮਰਦੀ। 3-3 4-4 ਵਾਰ ਬੰਦਾ ਜਿਹੜਾ ਹੈਗਾ ਉਹ ਖਾਂਦਾ ਹੈ। ਖਾਣਾ ਕੀ ਹੈ? ਅੰਨ। ਮਤਲਬ ਜਿਹੜੀ ਅੰਨ ਦੀ ਡਿਮਾਂਡ ਹੈ, ਜਦ ਤੱਕ ਮਨੁੱਖ ਜਿਉਂਦਾ ਹੈ ਤਾਂ ਉਹਦੀ ਅੰਨ ਦੀ ਡਿਮਾਂਡ ਹੈ, ਉਹਨੇ 3-4 ਵਾਰੀ ਖਾਣਾ। ਅੰਨ ਜਿਹੜਾ ਹੈਗਾ ਉਹ ਪੈਦਾ ਹੋਣਾ ਖੇਤਾਂ 'ਚ। ਇਸ ਕਰਕੇ ਉਹਨਾਂ ਨੇ ਇਹ ਸੋਚ ਲਿਆ ਭਈ ਇਹ ਜਿਹੜਾ ਖੇਤਰ ਹੈਗਾ, ਇਹ ਲੱਖਾਂ ਕਰੋੜ ਦਾ ਇਹਦਾ ਬਿਜ਼ਨਸ ਹੈਗਾ, ਜਿਹੜਾ ਫੂਡ ਗ੍ਰੇਨ ਦਾ ਟ੍ਰੇਡ ਹੈਗਾ, ਇਹਦੇ ਤੇ ਕਬਜ਼ਾ ਕਰੋ। ਇਹਦੇ ਰਾਹੀਂ ਖੇਤਾਂ ਤੇ ਔਰ ਖੇਤੀ ਤੇ ਵੀ ਕਬਜ਼ਾ ਕਰੋ। ਇਹਦੇ 'ਚ ਕਦੇ ਘਾਟਾ ਪੈਣਾ ਹੀ ਨਹੀਂ ਹੈ। ਇੰਨੀ ਵੱਡੀ, ਚੀਨ ਤੋਂ ਬਾਅਦ ਸਾਡੀ ਦੂਜੀ ਵੱਡੀ ਪਾਪੂਲੇਸ਼ਨ ਹੈਗੀ ਹੈ, ਤੇ ਜਦ ਤੱਕ ਬੰਦਾ ਜਿਉਂਦਾ ਉਹਨੂੰ ਰੋਟੀ ਦੀ ਲੋੜ ਹੈ, ਅੰਨ ਦੀ ਲੋੜ ਹੈ। ਜਿਹੜੇ ਬਾਹਲੇ ਵੱਡੇ ਅਮੀਰ ਬੰਦੇ ਨੇ, ਖਾਂਦੇ ਉਹ ਵੀ ਅੰਨ ਨੇ, ਇਹ ਠੀਕ ਆ, ਉਹਦੀ ਪ੍ਰੋਸੈਸਿੰਗ ਹੋ ਕੇ ਕੋਈ 버ਗਰ ਖਾ ਲੈਂਦਾ, ਕੋਈ ਕੁਝ ਖਾ ਲੈਂਦਾ, ਲੇਕਿਨ ਗਰੀਬ ਲੋਕ ਜਿਹੜੇ ਨੇ ਉਹ ਰੁੱਖੀ ਮਿੱਸੀ ਰੋਟੀ ਖਾ ਲੈਂਦੇ ਨੇ। ਲੇਕਿਨ ਅੰਨ ਦੀ ਹਰੇਕ ਨੂੰ ਲੋੜ ਹੈ। ਭੁੱਖ ਜਿਹੜੀ ਆ ਉਹ ਹਰੇਕ ਨੂੰ ਲੱਗਣੀ ਆ, ਅਡਾਨੀ ਨੂੰ ਵੀ, ਅੰਬਾਨੀ ਨੂੰ ਵੀ ਲੱਗਣੀ ਆ, ਤੇ ਇੱਕ ਗਰੀਬ ਮਜ਼ਦੂਰ ਨੂੰ ਵੀ ਲੱਗਣੀ ਆ, ਤੇ ਇੱਕ ਬੈਗਰ ਨੂੰ ਵੀ ਲੱਗਣੀ ਆ। ਔਰ ਉਹਨੇ ਆਪਦੀ ਪੇਟ ਦੀ ਭੁੱਖ ਜਿਹੜੀ ਹੈ ਉਹਨੂੰ ਦੂਰ ਕਰਨ ਦੇ ਵਾਸਤੇ ਯਤਨ ਕਰਨਾ, ਜਦੋਜਹਿਦ ਕਰਨੀ ਹੈ। ਇਸ ਵਾਸਤੇ ਉਸ ਸਾਜ਼ਿਸ਼ ਦੇ ਤਹਿਤ ਇਹ 3 ਕਾਨੂੰਨ ਲਿਆਂਦੇ ਗਏ ਔਰ ਉਹਨਾਂ ਨੂੰ ਕਾਹਲੀ ਨਾਲ ਲਾਗੂ ਕੀਤਾ ਗਿਆ। ਸਭ ਤੋਂ ਵੱਡੀ ਵਿਡੰਬਣਾ ਮੈਂ ਸਮਝਦਾ ਇਹਦੇ ਵਿੱਚ ਇਹ ਹੋਈ, ਇੱਕ ਤਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਦਾ ਰੋਲ ਉਹ ਬਹੁਤ ਸ਼ੱਕੀ ਹੈ, ਕਿਉਂਕਿ ਉਹ ਜਦੋਂ ਸਤੰਬਰ ਵਿੱਚ ਐਗਰੀਕਲਚਰ ਸੈਕਟਰੀ ਨੇ ਇਹ ਜ਼ਾਹਰ ਕਰਤਾ ਸੀ, ਦੱਸ ਦਿੱਤਾ ਸੀ ਕਿ ਅਸੀਂ ਆਰਡੀਨੈਂਸ ਲਿਆਉਣ ਜਾ ਰਹੇ ਹਾਂ ਔਰ ਇਹ ਮੰਡੀਆਂ ਮੁੰਡੀਆਂ ਜਿਹੜੀਆਂ ਤੁਹਾਡੀਆਂ ਸਾਰੀਆਂ ਅਸੀਂ ਖਤਮ ਕਰ ਦੇਣੀਆਂ, ਤੇ ਉਸੇ ਵੇਲੇ ਵਿਦਿਨ ਵੀਕ ਪੰਜਾਬ ਦੇ ਜਿਹੜੇ ਐਗਰੀਕਲਚਰ ਸੈਕਟਰੀ ਮਿਸਟਰ ਕਾਹਨ ਸਿੰਘ ਪੰਨੂ, ਉਹਨਾਂ ਨੇ ਇੱਕ ਡਿਟੇਲ ਨੋਟ ਇਹ ਸਾਰੇ ਖਤਰਿਆਂ ਨੂੰ, ਖਦਸ਼ਿਆਂ ਨੂੰ ਜ਼ਾਹਰ ਕਰਦਾ ਹੋਇਆ ਮੁੱਖ ਮੰਤਰੀ ਨੂੰ ਦੇ ਦਿੱਤਾ ਸੀ। ਔਰ ਤੁਸੀਂ ਮੈਨੂੰ ਇਹ ਗੱਲ ਦੱਸਣ ਵਿੱਚ ਕੋਈ ਝਿਜਕ ਨਹੀਂ ਹੈ, ਤੇ ਮੈਂ ਦੁੱਖ ਵੀ ਮਹਿਸੂਸ ਕਰ ਰਿਹਾ ਕਿ ਦੇਖੋ, ਸਤੰਬਰ ਤੋਂ ਲੈ ਕੇ ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਵਿੱਚ ਕੋਵਿਡ ਆਉਂਦਾ ਹੈ। ਅੱਗੇ ਮਾਰਚ, ਅਪ੍ਰੈਲ, ਮਈ, ਜੂਨ 'ਚ ਜਿਹੜੇ ਨੇ ਇਹ 3 ਆਰਡੀਨੈਂਸ ਆਉਂਦੇ ਨੇ। ਇੰਨੇ ਮਹੀਨਿਆਂ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਕਾਰਗੁਜ਼ਾਰੀ ਨਹੀਂ, ਕੋਈ ਉਹਨਾਂ ਨੇ ਮਤਲਬ ਇਸ ਤੇ ਕੋਈ ਆਵਾਜ਼ ਨਹੀਂ ਉਠਾਈ, ਨਾ ਪ੍ਰਾਈਮ ਮਿਨਿਸਟਰ ਨੂੰ ਮਿਲੇ ਨੇ, ਨਾ ਕੋਈ MLAs ਦੀ ਮੀਟਿੰਗ, ਨਾ MPs ਦੀ ਮੀਟਿੰਗ, ਨਾ ਕਿਸਾਨ ਜਥੇਬੰਦੀਆਂ ਦੀ ਮੀਟਿੰਗ। ਜਦੋਂ 5 ਜੂਨ ਨੂੰ ਇਹ ਆਰਡੀਨੈਂਸ ਆ ਜਾਂਦੇ ਨੇ, ਜਦੋਂ ਕਿਸਾਨ ਜਥੇਬੰਦੀਆਂ ਖੜੀਆਂ ਹੋ ਗਈਆਂ, ਫਿਰ ਸਾਰੇ ਤਮਾਸ਼ਾ ਕਰਨ ਲਈ ਵੀ ਜੀ ਇਹ ਤਾਂ ਬਹੁਤ ਮਾੜਾ ਹੋ ਗਿਆ, ਇਹਦਾ ਵਿਰੋਧ ਕਰਨਾ ਚਾਹੀਦਾ। ਚਲੋ ਸਾਰਿਆਂ ਨੇ ਕੀਤਾ। ਜਿਹੜਾ ਦੂਜੀ ਵੱਡੀ ਮਾੜੀ ਗੱਲ ਹੋਈ, ਸ਼੍ਰੋਮਣੀ ਅਕਾਲੀ ਦਲ ਜਿਹੜੀ ਭਾਈਵਾਲ ਪਾਰਟੀ ਸੀ, ਉਹਨਾਂ ਦੀ ਇੱਕ ਮੈਂਬਰ ਤਾਂ ਕੈਬਨਿਟ ਦੀ ਮੈਂਬਰ ਸੀ, ਔਰ 3 ਜੂਨ ਨੂੰ ਕੈਬਨਿਟ ਦੇ ਵਿੱਚ ਇਹ ਪਾਸ ਹੋਏ ਨੇ ਆਰਡੀਨੈਂਸ। ਇਹਦੀ ਪ੍ਰਪੋਜ਼ਲ ਆਈ ਹੈ, ਕੈਬਨਿਟ ਨੇ ਅਪਰੂਵ ਕੀਤੇ ਨੇ, ਔਰ ਉਸ ਮੀਟਿੰਗ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਸ਼ਾਮਲ ਸੀ। ਸ਼ੀ ਇਜ਼ ਪਾਰਟੀ ਟੂ ਅਪਰੂਵ ਦੀ ਡਰਾਫਟ ਆਫ ਦੀ ਆਰਡੀਨੈਂਸ, ਜਿਹੜੇ 5 ਜੂਨ ਨੂੰ ਰਾਸ਼ਟਰਪਤੀ ਨੇ ਆਪਣੇ ਦਸਤਖਤ ਕਰਕੇ ਲਾਗੂ ਕਰਤੇ। 5 ਜੂਨ ਨੂੰ ਹੀ ਗਜ਼ਟ ਆਫ ਇੰਡੀਆ 'ਚ ਉਹ ਨੋਟੀਫਾਈ ਹੋ ਜਾਂਦੇ ਨੇ। ਉਸ ਤੋਂ ਬਾਅਦ ਜੂਨ ਤੋਂ ਲੈ ਕੇ ਜੂਨ, ਜੁਲਾਈ, ਅਗਸਤ, ਸਤੰਬਰ 'ਚ ਫਿਰ ਇਹ ਬਿੱਲ ਬਣਦੇ ਨੇ। 3 ਮਹੀਨੇ ਪੂਰਾ ਛੱਜ ਕੁੱਟਿਆ ਇਹਨਾਂ ਦੇ ਹੱਕ 'ਚ। ਦੇਖੋ, ਪੰਜਾਬ ਦੇ ਕਿਸਾਨਾਂ ਦੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੂੰ ਪਹਿਲਾਂ ਤਾਂ ਉਸੇ ਦਿਨ ਹੀ ਵਿਰੋਧ ਕਰਨਾ ਚਾਹੀਦਾ ਸੀ, ਸਾਰੀ ਗੱਲ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਸੀ। ਜੇ ਉਦਣ ਚੁੱਕ ਗਏ ਸੀ ਤਾਂ 3 ਮਹੀਨੇ ਫਿਰ ਇਹਨਾਂ ਕਾਨੂੰਨਾਂ ਦੇ ਹੱਕ 'ਚ ਢੰਡੋਰਾ ਨਹੀਂ ਸੀ ਪਿੱਟਣਾ ਚਾਹੀਦਾ। ਆਖਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਔਰ ਪੰਜਾਬ ਦਾ ਬੱਚਾ ਉੱਠ ਖੜਾ ਹੋਇਆ, ਕਿਸਾਨ ਉੱਠ ਖੜਾ ਹੋਇਆ,
ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪੈਂਤੜਾ ਬਦਲਿਆ, ਇਹਦੇ ਖਿਲਾਫ ਪਾਰਲੀਮੈਂਟ ਵਿੱਚ ਆਵਾਜ਼ ਉਠਾਈ। ਹੁਣ ਮੈਂ ਅੱਗੇ ਚੱਲਦਾ। ਵੇਖੋ ਗੱਲ ਇਹ ਹੈ ਭਈ ਜਿਹੜਾ ਦਿੱਲੀ ਮੋਰਚਾ ਚੱਲ ਰਿਹਾ ਹੈ ਉਹਨੂੰ ਲਗਭਗ 2 ਮਹੀਨੇ ਮੁਕੰਮਲ ਹੋਣ ਨੂੰ ਨੇ। 26 ਜਨਵਰੀ ਨੂੰ 2 ਮਹੀਨੇ ਹੋ ਜਾਣੇ ਨੇ। 11 ਮੀਟਿੰਗਾਂ ਸੈਂਟਰ ਦੇ ਵਜ਼ੀਰਾਂ ਨਾਲ ਅੰਡਰ ਦੀ ਚੇਅਰਮੈਨਸ਼ਿਪ ਆਫ ਮਿਸਟਰ ਨਰਿੰਦਰ ਤੋਮਰ ਹੋ ਗਈਆਂ। ਕਿਸਾਨ ਸਾਰੇ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਤਿੰਨੇ ਕਾਨੂੰਨ ਜਿਹੜੇ ਨੇ ਇਹ ਰੱਦ ਕਰੋ। 11 ਮੀਟਿੰਗਾਂ 'ਚ ਸਰਕਾਰ ਟਸ ਤੋਂ ਮਸ ਨਹੀਂ ਹੋਈ। ਉਹ ਕਹਿੰਦੇ ਜੀ ਕੋਈ ਅਮੈਂਡਮੈਂਟ ਕਰ ਲਓ, ਕੋਈ ਇਹ ਕਰ ਲਓ, ਉਹ ਕਰ ਲਓ। ਅਮੈਂਡਮੈਂਟਾਂ ਵੀ ਕਿਉਂਕਿ ਕਿਸਾਨ ਇਸ ਗੱਲ ਤੇ ਹੀ ਨਹੀਂ ਆਏ ਕਿ ਅਮੈਂਡਮੈਂਟ ਤਾਂ ਅਸੀਂ ਕਰਨੀ ਨਹੀਂ, ਅਸੀਂ ਤਾਂ ਕਹਿੰਦੇ ਤਿੰਨੇ ਕਾਨੂੰਨ ਰੱਦ ਕਰੋ। ਹੁਣ ਮੈਂ ਤੁਹਾਨੂੰ ਇੱਕ ਆ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਇਹਦੀ ਸਾਜ਼ਿਸ਼ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਇਹ ਅਮੈਂਡਮੈਂਟ ਤੋਂ ਪਹਿਲਾਂ ਇਹ ਜਿਹੜਾ ਐਕਟ ਸੀ ਇਹ ਜਮਾਖੋਰੀ ਦੇ ਖਿਲਾਫ ਸੀ। ਜਿਹੜੇ ਲੋਕ ਖਾਣ ਪੀਣ ਵਾਲੀਆਂ ਵਸਤਾਂ ਦੀ ਜਮਾਖੋਰੀ ਕਰਦੇ ਸੀ ਉਹਨਾਂ ਨੂੰ ਜੇਲ੍ਹ ਡੱਕਣ ਦਾ ਇਹ ਐਕਟ ਸੀ ਹੁੰਦਾ। ਇਹ ਜਿਹੜਾ ਐਗਰੋ ਪ੍ਰੋਸੈਸਿੰਗ ਯੂਨਿਟ ਸੀ ਜਾਂ ਫੂਡ ਪ੍ਰੋਸੈਸਿੰਗ ਯੂਨਿਟ ਸੀ ਉਹਨਾਂ ਤੇ ਲਾਗੂ ਹੁੰਦਾ ਸੀ। ਹੁਣ ਇਹ ਕਿਸਾਨ ਤੇ ਲਾਗੂ ਹੁੰਦਾ। ਇਹਦੀ ਜ਼ਦ 'ਚ ਇਹ ਅਮੈਂਡਮੈਂਟ ਹੀ ਸਿਰਫ ਇੰਨੀ ਕੀਤੀ ਹੈ ਭਈ ਇਹਦੇ 'ਚ ਹੁਣ ਕਿਸਾਨ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਮਿਸਾਲ ਦੇ ਤੌਰ ਤੇ ਮੈਂ ਆਲੂ ਦੀ ਖੇਤੀ ਕਰਦਾ, ਮੈਂ ਆਲੂ ਦੀ ਪਟਾਈ ਤੋਂ ਬਾਅਦ ਮੈਨੂੰ ਮੰਡੀ 'ਚ ਉਹਦਾ ਸਹੀ ਭਾਅ ਨਹੀਂ ਮਿਲਿਆ, ਮੈਂ ਆਪਣੀ 500 ਜਾਂ 1000 ਬੋਰੀ ਕੋਲਡ ਸਟੋਰ 'ਚ ਆਪਣੇ ਨਾਂ ਹੇਠਾਂ ਰੱਖਤੀ। ਇਹ ਅਮੈਂਡਮੈਂਟ ਤੋਂ ਪਹਿਲਾਂ ਮੇਰੇ ਤੇ ਕੋਈ ਕਾਨੂੰਨ ਨਾਫਿਜ਼ ਨਹੀਂ ਸੀ, ਲੇਕਿਨ ਅੱਜ ਜੇ ਮੈਂ ਆਪਣੇ ਨਾਂ ਹੇਠਾਂ ਕੋਲਡ ਸਟੋਰ 'ਚ 1000 ਬੋਰੀ ਆਲੂਆਂ ਦੀ ਰੱਖਦਾ ਤਾਂ ਅੱਜ ਮੇਰੇ ਖਿਲਾਫ ਜਮਾਖੋਰੀ ਦਾ ਇੱਕ ਕਾਨੂੰਨ ਲਾਗੂ ਹੁੰਦਾ ਹੈ। ਜਮਾਖੋਰੀ ਹੋ ਗਈ, ਸਮਝ ਗਏ ਨਾ। ਲੇਕਿਨ ਜੇ ਉਹੀ ਮੇਰੀ 1000 ਬੋਰੀ ਪੈਪਸੀ ਵਾਲੇ ਖਰੀਦ ਕੇ ਕਿਸੇ ਕੋਲਡ ਸਟੋਰ 'ਚ ਰੱਖ ਦੇਣ ਭਈ ਅਸੀਂ ਇਹਦੇ ਚਿਪਸ ਬਣਾਉਣੇ ਨੇ ਜਾਂ ਅਸੀਂ ਇਹਦੀ ਬੀਅਰ ਬਣਾਉਣੀ ਹੈ, ਉਹਨਾਂ ਤੇ ਇਹ ਐਕਟ ਹੁਣ ਲਾਗੂ ਨਹੀਂ ਹੋਏਗਾ। ਉਹਨਾਂ ਸਾਰਿਆਂ ਨੂੰ ਇਸ ਐਕਟ ਦੀ ਜ਼ਦ ਚੋਂ ਕੱਢਤਾ ਐਂਡ ਫਾਰਮਰਸ ਹੈਵ ਬੀਨ ਬ੍ਰੌਟ ਅੰਡਰ ਦੀ ਪ੍ਰੀਵਿਊ ਆਫ ਦਿਸ ਐਕਟ। ਇਹ ਕਿੰਨੀ ਵੱਡੀ ਸਾਜ਼ਿਸ਼ ਹੈ। ਇਹਦੀ ਕੀ ਲੋੜ ਸੀ? 15 ਦਿਨ ਬਾਅਦ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੂਜੀ ਵਾਰ ਆ ਕੇ ਪ੍ਰਧਾਨ ਮੰਤਰੀ ਕਹਿੰਦਾ ਇਹਦੇ 'ਚ ਅਮੈਂਡਮੈਂਟ ਕਰਨੀ ਹੈ, ਤੇ ਅਮੈਂਡਮੈਂਟ ਵੀ ਉਹ ਹੋਈ ਜਿਹਨੇ ਕਿਸਾਨ ਦੇ ਪੈਰਾਂ 'ਚ ਬੇੜੀਆਂ ਪਾਤੀਆਂ, ਉਹਦੇ ਹੱਥਾਂ 'ਚ ਹੱਥਕੜੀਆਂ ਪਾਤੀਆਂ ਤੇ ਉਹਨੂੰ ਜੇਲ੍ਹ ਦਾ ਰਸਤਾ ਦਿਖਾਤਾ। ਇਸੇ ਤਰ੍ਹਾਂ ਜਿਹੜੇ ਦੂਸਰੇ ਦੋਏ ਤਿੰਨੇ ਐਕਟ ਨੇ, ਮਿਸਾਲ ਦੇ ਤੌਰ ਤੇ ਕੰਟਰੈਕਟ ਫਾਰਮਿੰਗ ਹੈ। ਜੇ ਤੁਹਾਡੀ ਮੰਡੀ ਖਤਮ ਹੋ ਗਈ, ਹੁਣ ਕਹਿੰਦੇ ਨੇ ਨਹੀਂ ਜੀ ਨਹੀਂ ਐਮਐਸਪੀ ਤਾਂ ਚੱਲੇਗਾ। ਜੇ ਐਮਐਸਪੀ ਰਹੇਗਾ ਭਾਈ, ਤੁਸੀਂ ਐਮਐਸਪੀ ਨੂੰ ਸਟੈਚੂਟਰੀ ਪ੍ਰੋਵੀਜ਼ਨ ਹੇਠ ਕਿਉਂ ਨਹੀਂ ਲਿਆਉਂਦੇ? ਕੀ ਪ੍ਰੋਬਲਮ ਹੈ? ਦੇਖੋ ਇਹ ਸਮਝਣ ਦੀ ਜ਼ਰੂਰਤ ਹੈ ਕਿ ਐਮਐਸਪੀ ਕੌਣ ਤੈਅ ਕਰਦਾ? ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿੰਗ। ਇਹ ਕਮਿਸ਼ਨ ਵੀ ਸਟੈਚੂਟਰੀ ਬਾਡੀ ਨਹੀਂ ਹੈ, ਆਰਜ਼ੀ ਹੈ, ਐਗਜ਼ੈਕਟਿਵ ਆਰਡਰ ਹੈ ਸਰਕਾਰ ਦਾ। ਉਹ ਐਮਐਸਪੀ ਤੈਅ ਕਰਕੇ ਰਿਕਮੈਂਡ ਕਰਦੇ ਨੇ ਪ੍ਰਾਈਮ ਮਿਨਿਸਟਰ ਆਫਿਸ ਨੂੰ। ਪ੍ਰਾਈਮ ਮਿਨਿਸਟਰ ਦੀ ਜਿਹੜੀ ਇਕਨੋਮਿਕ ਐਡਵਾਈਜ਼ਰੀ ਕਮੇਟੀ ਆ ਉਸ ਦੇ ਪਾਸ ਉਹਨਾਂ ਦੀਆਂ ਰਿਕਮੈਂਡੇਸ਼ਨ ਚਲੀਆਂ ਜਾਂਦੀਆਂ। ਦੇ ਟੇਕ ਫਾਈਨਲ ਡਿਸੀਜਨ ਕਿ ਰਿਕਮੈਂਡੇਸ਼ਨ ਇਨ ਬਿਨ ਮੰਨਣੀ ਆ ਜਾਂ ਘਟਾਉਣਾ ਜਾਂ ਵਧਾਉਣਾ। ਇਸ ਤਰੀਕੇ ਨਾਲ ਇਹ ਐਮਐਸਪੀ ਡਿਸਾਈਡ ਹੁੰਦਾ ਹੈ। ਹੁਣ ਕਿਸਾਨ ਦੀ ਮੰਗ ਆ ਵੀ ਐਮਐਸਪੀ ਤੁਸੀਂ ਇੱਕ ਸਟੈਚੂਟਰੀ ਪ੍ਰੋਵੀਜ਼ਨ ਬਣਾਓ, ਇਹਦਾ ਕਾਨੂੰਨ ਬਣਾਓ, ਜਾਂ ਤੁਸੀਂ ਇਸ ਕਮਿਸ਼ਨ ਨੂੰ ਕਾਨੂੰਨ ਦੇ ਅੰਡਰ ਲੈ ਆਓ। ਉਸ ਕਮਿਸ਼ਨ ਦਾ ਜਿਹੜਾ ਕਾਰ ਵਿਹਾਰ ਹੈ ਉਹਦੇ 'ਚ ਲਿਖ ਦਿਓ ਕਿ ਇਹ ਐਮਐਸਪੀ ਤੈਅ ਕਰਨਾ ਕਮਿਸ਼ਨ ਦੀ ਡਿਊਟੀ ਹੈ। ਉਹ ਹਰ ਫਸਲ ਦੀ ਬਿਜਾਈ ਤੋਂ 1 ਮਹੀਨਾ ਪਹਿਲਾਂ ਕਿਸਾਨ ਦੀ ਲਾਗਤ, ਖਰਚਾ, ਸਾਰਾ ਕੁਝ ਦੇਖ ਕੇ ਉਹਦਾ ਮੁਨਾਫਾ ਤੈਅ ਕਰਕੇ ਉਹਦੀ ਐਮਐਸਪੀ ਤੈਅ ਕਰ ਦੇਗਾ। ਲੇਕਿਨ
ਅੱਜ ਇਹ ਕੋਈ ਬਾਈਂਡਿੰਗ ਨਹੀਂ ਹੈ ਕਾਨੂੰਨੀ ਤੌਰ ਤੇ, ਨਾ ਉਹ ਬਾਈਂਡ ਹੋਣਾ ਚਾਹੁੰਦੇ ਨੇ। ਕੱਲ ਵੀ ਜਿਹੜੀ ਗੱਲ ਟੁੱਟੀ ਹੈ ਉਹਦੇ 'ਚ ਉਹ 11 ਮੀਟਿੰਗਾਂ ਜੇ ਇਸ ਗੱਲ ਤੇ ਹੀ ਨਹੀਂ ਆਏ ਕਿ MSP ਜਿਹੜਾ ਹੈ ਉਸ ਨੂੰ ਕਨਸਟੀਟਿਊਸ਼ਨ ਦੇ ਅੰਡਰ ਲਿਆਉਣਾ ਹੈ ਜਾਂ ਕਿਸੇ ਲੀਗਲ ਜ਼ਦ ਵਿੱਚ ਲੈ ਕੇ ਆਉਣਾ ਹੈਗਾ। FCI ਦੀ ਜ਼ਿੰਮੇਵਾਰੀ ਬਣਦੀ ਸੀ ਖਰੀਦ ਦੀ। ਹੁਣ ਇਹ ਜਿਹੜੇ ਤਿੰਨੇ ਕਾਨੂੰਨ ਨੇ, ਨਾ ਤਾਂ ਇਹਦੇ 'ਚ ਕੋਈ FCI ਦੀ ਜ਼ਿੰਮੇਵਾਰੀ ਨਿਰਧਾਰਤ, ਨਾ ਇਹਦੇ 'ਚ ਉਸ ਕਮਿਸ਼ਨ ਦਾ ਕੋਈ ਜ਼ਿਕਰ ਹੈ, ਨਾ ਇਸ ਵਿੱਚ MSP ਦਾ ਜ਼ਿਕਰ ਹੈ। ਇਹ ਕਿੱਡੀ ਵੱਡੀ ਸਾਜ਼ਿਸ਼ ਹੈ ਜੀ, ਔਰ ਕਿੱਡੀ ਵੱਡੀ ਨੰਗੀ ਸਾਜ਼ਿਸ਼ ਹੈ। ਦੂਸਰੀ ਗੱਲ ਇਹ ਹੈ ਵੀ ਜੇ ਇਹ ਮੰਡੀਆਂ ਦਾ ਸਿਸਟਮ ਖਤਮ ਹੋ ਜਾਂਦਾ, ਮੈਂ ਅਰਜ਼ ਕਰਨੀ ਚਾਹੁੰਦਾ ਕਿ ਕਿਸਾਨ ਦਾ ਸਦੀਆਂ ਪੁਰਾਣਾ ਇੱਕ ਸਮਾਜਿਕ ਤਾਣਾ ਬਾਣਾ ਹੈ। ਕਿਸਾਨ ਦੀ ਜਿਹੜੀ ਫਸਲ ਹੈ ਉਹਦੀ ਜ਼ਾਮਨ ਹੈ, ਉਹਦੇ ਨਾਲ ਉਹਨੂੰ ਬਾਜ਼ਾਰ 'ਚ ਇੱਜ਼ਤ ਮਿਲਦੀ ਹੈ, ਉਹਦਾ ਕਾਰ ਵਿਹਾਰ ਚੱਲਦਾ ਹੈ, ਉਹ ਜਿਹੜੀ ਚੀਜ਼ ਚਾਹੇ ਬਾਜ਼ਾਰ 'ਚੋਂ ਲੈ ਆਉਂਦਾ ਹੈ, ਕਿਉਂਕਿ ਦੁਕਾਨਦਾਰ ਨੂੰ, ਵਪਾਰੀ ਨੂੰ ਪਤਾ ਕਿ ਇਹਦੀ ਫਸਲ ਖੜੀ ਹੈ, ਇਹ ਫਸਲ ਆਉਣ ਵਾਲੀ ਹੈ, ਤੇ ਉਹਦੀ ਜ਼ਾਮਨੀ ਆੜਤੀ ਵੀ ਦੇ ਦਿੰਦਾ। ਆੜਤੀ ਤੋਂ ਫੋਨ ਕਰਾ ਕੇ ਪਰਚੀ ਲੈ ਕੇ ਅਸੀਂ ਡੀਜ਼ਲ ਵੀ ਚੱਕਦੇ ਹਾਂ, ਅਸੀਂ ਕੱਪੜਾ ਵੀ ਖਰੀਦਦੇ ਹਾਂ, ਅਸੀਂ ਹੋਰ ਨਿੱਤ ਦੇ ਸੌਦਾ ਪਾਣੀ ਵੀ ਖਰੀਦਦੇ ਹਾਂ। ਵਿਆਹ ਸ਼ਾਦੀ ਹੋਵੇ ਅਸੀਂ ਆੜਤੀ ਤੋਂ ਪੈਸੇ ਫੜ ਲੈਂਦੇ ਹਾਂ। ਉਹਨੂੰ ਪਤਾ ਵੀ ਇਹਦੇ ਕੋਲ ਇੰਨੇ ਕਿੱਲੇ ਜ਼ਮੀਨ ਹੈ, ਇਹਦੀ ਫਸਲ ਹੈ, ਤੇ ਇਹ ਮੇਰੇ ਪੈਸੇ ਮਰਨੇ ਨਹੀਂ ਹਨ। ਜੇ ਮੰਡੀ ਦਾ ਸਿਸਟਮ ਹੀ ਖਤਮ ਹੋ ਗਿਆ, ਫਿਰ ਆੜਤੀ ਵੀ ਖਤਮ ਹੋ ਗਿਆ, ਤੇ ਸਾਡਾ ਸਮਾਜਿਕ ਤਾਣਾ ਬਾਣਾ ਵੀ ਉਹਦੇ ਨਾਲ ਖਤਮ ਹੋ ਗਿਆ, ਤੇ ਕਿਸਾਨ ਦੀ ਜ਼ਿੰਦਗੀ 'ਚ ਏਡਾ ਵੱਡਾ ਮਤਲਬ ਖਲਲ ਪਏਗਾ ਕਿ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਅਡਾਨੀਆਂ ਤੋਂ ਪੈਸੇ ਮੰਗਣ ਕੌਣ ਜਾਏਗਾ? ਆੜਤੀ ਨਾਲ ਤਾਂ ਜ਼ਿਮੀਂਦਾਰ ਦੀ ਬੁੱਕਲ ਖੁੱਲੀ ਹੈ, ਉਹ ਸਾਡਾ ਸਾਂਝੀਵਾਲ ਆ, ਸਾਡਾ ਇਹ ਸਮਾਜਿਕ ਤਾਣਾ ਬਾਣਾ। ਲੇਕਿਨ ਅਡਾਨੀਆਂ ਦੇ ਮੈਨੇਜਰਾਂ ਤੋਂ ਪੈਸੇ ਕੌਣ ਮੰਗੂ? ਜਦ ਜ਼ਮੀਨ ਜਿਹੜੀ ਹੈ ਤੁਸੀਂ ਆਪਣੀ ਖੇਤੀ ਪਲੇਜ ਕਰਤੀ ਅੰਡਰ ਕੰਟਰੈਕਟ ਫਾਰਮਿੰਗ, ਉਸ ਤੋਂ ਬਾਅਦ ਤੁਹਾਡਾ ਸਾਰਾ ਪ੍ਰਬੰਧ ਹੈ ਉਹ ਉਹਨਾਂ ਕੋਲ ਚਲਿਆ ਗਿਆ। ਦੂਜੀ ਗੱਲ ਮੈਂ ਹੋਰ ਦੱਸਾਂ ਕਿ ਇਹ ਸਾਡੇ ਸਵੈਮਾਨ ਨੂੰ ਵੀ ਬਹੁਤ ਵੱਡੀ ਸੱਟ ਮਾਰਦੀ ਹੈ। ਅੱਜ ਜ਼ਿਮੀਂਦਾਰ ਕੋਲ ਭਾਵੇਂ 2 ਏਕੜ ਜ਼ਮੀਨ ਹੈ, ਭਾਵੇਂ 3 ਏਕੜ ਜ਼ਮੀਨ ਹੈ, ਉਹ ਆਪਣੇ ਖੇਤਾਂ ਦਾ ਰਾਖਾ, ਆਪਣੇ ਖੇਤਾਂ ਦਾ ਮਾਲਕ ਹੈ, ਉਹ ਸਵੈਮਾਨ ਨਾਲ ਖੇਤੀ ਕਰਦਾ ਹੈ। ਜਦੋਂ ਕੰਟਰੈਕਟ ਫਾਰਮਿੰਗ ਦੇ ਅਧੀਨ ਉਹਨੇ ਇੱਕ ਕੰਟਰੈਕਟ ਸਾਈਨ ਕਰਤਾ, ਤੇ ਫਿਰ ਕਿਸਾਨ ਜਿਹੜਾ ਆਪਣੇ ਖੇਤਾਂ ਦਾ ਮਾਲਕ ਹੈ ਉਹ ਉਹਨਾਂ ਖੇਤਾਂ ਵਿੱਚ ਮਜ਼ਦੂਰ ਬਣ ਜਾਏਗਾ, ਉਹਦਾ ਸਵੈਮਾਨ ਟੁੱਟ ਜਾਏਗਾ। ਉਹ ਜਿਹੜਾ ਪਰਫਾਰਮਾ ਹੈ ਨਾ ਕੰਟਰੈਕਟ ਫਾਰਮਿੰਗ ਦਾ, ਉਹਦੇ 'ਚ ਇਹ ਲਿਖਿਆ ਹੋਇਆ ਹੈ ਕਿ ਬੀਜ ਵੀ ਤੁਸੀਂ ਉਹਨਾਂ ਦੀ ਮਰਜ਼ੀ ਨਾਲ ਪਾਉਣਾ, ਕਾਰਪੋਰੇਟਰ ਜਿਹੜਾ ਉਹ ਅਪਰੂਵ ਕਰਨ ਉਹ ਬੀਜ ਪਾਉਣਾ, ਜਿਹੜਾ ਉਹ ਫਰਟੀਲਾਈਜ਼ਰ ਕਹਿਣ ਉਹ ਤੁਸੀਂ ਫਰਟੀਲਾਈਜ਼ਰ ਪਾਉਣਾ, ਜਿਹੜਾ ਉਹ ਪੈਸਟੀਸਾਈਡਸ, ਵੀਡੀਸਾਈਡ ਜੋ ਉਹ ਰਿਕਮੈਂਡ ਕਰਨ ਉਹ ਤੁਸੀਂ ਇਸਤੇਮਾਲ ਕਰਨਾ। ਜਦੋਂ ਤੁਸੀਂ ਪਾਣੀ ਲਾਉਣਾ ਤਾਂ ਉਹਨਾਂ ਦੇ ਕਰਿੰਦਿਆਂ ਨੂੰ ਇਤਲਾਹ ਦੇਣੀ ਹੈ। ਉਸ ਤੋਂ ਬਾਅਦ ਜਦੋਂ ਖੇਤੀ ਪੱਕ ਗਈ ਉਹਨਾਂ ਨੂੰ ਦਿਖਾ ਕੇ ਤੁਸੀਂ ਕੱਢਣੀ, ਵੱਢਣੀ, ਢੇਰ ਲਾਉਣੇ ਨੇ। ਫਿਰ ਵੀ ਇਹ ਨਹੀਂ ਕਿ ਉਹ ਤੁਹਾਡੇ ਬੋਲ ਉਹਨਾਂ ਨੇ ਉੱਥੋਂ ਚੁੱਕ ਕੇ ਲੈ ਜਾਣੇ ਨੇ, ਬਾਵਜੂਦ ਇਸ ਦੇ ਕੇ ਕੰਟਰੈਕਟ ਸਾਈਨ ਹੋਇਆ ਹੋਇਆ, ਤੇ ਉਹ ਤੁਹਾਡੇ ਬੋਲ ਚੋਂ ਦਾਣਿਆਂ ਦਾ ਸੈਂਪਲ ਲੈ ਕੇ ਜਾਣਗੇ, ਉਹਦੀ ਸੈਂਪਲਿੰਗ ਹੋਏਗੀ। ਉਹ ਸੈਂਪਲ ਜੇ ਪਾਸ ਹੁੰਦਾ, ਜੇ ਉਹਦੇ ਸਹੀ ਮਾਤਰਾ ਵਿੱਚ ਇਨਗਰੀਡੀਐਂਟਸ ਜਿਹੜੇ ਨੇ ਉਹ ਅਵੇਲੇਬਲ ਨੇ, ਤਾਂ ਸੈਂਪਲ ਪਾਸ ਹੋਏਗਾ। ਫਿਰ ਉਹ ਕੰਪਨੀ ਤੁਹਾਡੀ ਜਿਹੜੀ ਕਣਕ ਹੈ ਜਾਂ ਝੋਨਾ ਉਹਨੂੰ ਚੱਕੇਗੀ, ਅਦਰਵਾਈਜ਼ ਉਹ ਰਿਜੈਕਟ ਹੋ ਜਾਏਗੀ। ਹੁਣ ਜੇ ਉਹਨਾਂ ਨੇ ਰਿਜੈਕਟ ਕਰਤੀ, ਫਿਰ ਤੁਸੀਂ, ਇਹ ਪਹਿਲੀ ਵਾਰੀ ਹੋਇਆ ਕਿ ਦੇਸ਼ ਦੀਆਂ ਅਦਾਲਤਾਂ ਇਸ ਅਮਲ ਚੋਂ ਬਾਹਰ ਕਰਤੀਆਂ। ਉਹਨਾਂ ਕਿਹਾ ਜੀ ਯੂ ਕਾਂਟ ਗੋ ਟੂ ਦਾ ਕੋਰਟ। ਡਿਸਪਿਊਟ ਜੇ ਤੁਹਾਡਾ ਹੋ ਗਿਆ ਉਹਨਾਂ ਕੰਪਨੀਆਂ ਨਾਲ ਜਿਨ੍ਹਾਂ ਨਾਲ ਤੁਸੀਂ ਕੰਟਰੈਕਟ ਸਾਈਨ ਕੀਤਾ, ਤਾਂ ਤੁਸੀਂ ਅਦਾਲਤ 'ਚ ਨਹੀਂ ਜਾ ਸਕਦੇ। ਜਾ ਕਿੱਥੇ ਸਕਦੇ ਹੋ? ਤੁਸੀਂ SDM ਕੋਲ ਚਲੇ ਜਾਓ। SDM ਜੇ ਤੁਹਾਡੇ ਖਿਲਾਫ ਕਰ ਦਿੰਦਾ ਫੈਸਲਾ, ਤੁਸੀਂ DC ਕੋਲ ਚਲੇ ਜਾਓ। ਦੈਟਸ ਆਲ। ਇਸ ਤੋਂ ਉੱਪਰ ਤੁਸੀਂ ਜਾ ਨਹੀਂ ਸਕਦੇ। ਯਾਨੀ ਸ਼ਕਤੀ ਜਿਹੜੀ ਹੈ ਉਹ ਐਗਜ਼ੈਕਟਿਵ ਦੇ ਜਿਹੜੇ ਅਫਸਰ ਨੇ ਉਹਨਾਂ ਕੋਲ ਹੈ। ਹੁਣ ਜਿਹੜਾ 2 ਕਿੱਲਿਆਂ ਵਾਲਾ ਗਰੀਬ ਕਿਸਾਨ ਹੈ ਉਹਨੂੰ ਤਾਂ SDM ਦਫ਼ਤਰ 'ਚ ਨਹੀਂ ਵੜਨ ਦਿੰਦਾ, ਉਹਦਾ ਚਪੜਾਸੀ ਨਹੀਂ ਗਾਹ ਲੰਘਣ ਦਿੰਦਾ।
ਲੇਕਿਨ ਜਦੋਂ ਅਡਾਨੀਆਂ ਦਾ ਮੈਨੇਜਰ ਆਏਗਾ, ਉਹਨੂੰ ਐਸਡੀਐਮ ਖੜਾ ਹੋ ਕੇ ਮਿਲੇਗਾ, ਵੀ ਉਹਨੂੰ ਚਾਹ ਵੀ ਪਿਲਾਏਗਾ, ਉਹਦਾ ਕੰਮ ਵੀ ਕਰੇਗਾ। ਤੇ ਜਦੋਂ ਅਡਾਨੀਆਂ ਦਾ ਬੰਦਾ ਜਾਏਗਾ, ਉਹ 10 ਗਿਫਟ ਵੀ ਲੈ ਕੇ ਜਾਊਗਾ, ਡੀਸੀ ਵਾਸਤੇ ਵੀ ਤੇ ਐਸਡੀਐਮ ਵਾਸਤੇ ਵੀ। ਤੇ ਐਸਡੀਐਮ ਨੇ ਇੱਕ ਗਰੀਬ ਕਿਸਾਨ ਤੋਂ ਕੀ ਲੈਣਾ, ਜਾਂ ਡੀਸੀ ਨੇ ਕੀ ਲੈਣਾ? ਉਹ ਆਪਣਾ ਪੱਖ ਪੂਰਨਗੇ ਅਡਾਨੀਆਂ ਦਾ ਤੇ ਅੰਬਾਨੀਆਂ ਦਾ। ਤੇ ਇਹ ਸਾਰੀਆਂ ਗੱਲਾਂ ਜੱਗੋ ਤੇਰਵੀਂ। ਐਵੇਂ ਤਾਂ ਨਹੀਂ ਕਿਸਾਨ ਜਿਹੜਾ ਹੈਗਾ ਉਹ 2 ਮਹੀਨਿਆਂ ਤੋਂ ਤੜਫ ਰਿਹਾ ਉੱਥੇ। ਸਾਰਾ ਪੰਜਾਬ, ਸਾਰਾ ਹਰਿਆਣਾ, ਅੱਧੀ ਯੂਪੀ, ਵੈਸਟਰਨ ਯੂਪੀ, ਸਾਰੀ ਬਾਰਡਰ ਦੇ ਚਾਰੇ ਪਾਸੇ ਬੈਠੀ ਹੈ। ਕੱਲ ਗੱਲਬਾਤ ਟੁੱਟ ਗਈ। ਹੁਣ ਮੈਂ ਅੱਗੇ ਆਉਣਾ, ਇਹਦੇ ਨਤੀਜੇ ਕੀ ਨਿਕਲਣਗੇ। ਇੱਕ ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਮੋਦੀ ਦਾ ਨਿਜ਼ਾਮ ਆਇਆ ਹੈ ਨਾ, ਇਹ ਇੱਕ ਪੋਲੀਟੀਕਲ ਫਿਲਾਸਫੀ ਦੇ ਤਹਿਤ ਬੀਜੇਪੀ ਔਰ ਆਰਐਸਐਸ ਦੀ ਫਿਲਾਸਫੀ ਸੀ। ਉਹਦੇ ਤੇ ਉਹ ਪਿਛਲੇ 50, 60, 70 ਸਾਲ ਤੋਂ ਕੰਮ ਕਰ ਰਹੇ ਸੀ ਕਿ ਮੈਜੋਰਿਟੇਰੀਅਨਿਜ਼ਮ ਜਿਹੜਾ ਹੈ ਉਹਨੂੰ ਲਾਗੂ ਕੀਤਾ ਜਾਏ। ਹੁਣ ਮੈਜੋਰਿਟੇਰੀਅਨਿਜ਼ਮ ਜਿਹੜਾ ਹੈਗਾ ਉਹ ਸਾਡੇ ਮੈਜੋਰਿਟੇਰੀਅਨ ਡੈਮੋਕ੍ਰੇਸੀ ਵਿਚ ਇਜ਼ ਵੈਰੀ ਡੇਂਜਰਸ ਫਾਰ ਮਾਈਨੋਰਿਟੀਜ਼। ਹੁਣ ਬੰਗਲਾਦੇਸ਼ 'ਚ ਵੀ ਮੈਜੋਰਿਟੇਰੀਅਨ ਡੈਮੋਕ੍ਰੇਸੀ ਹੈ, ਸ੍ਰੀਲੰਕਾ 'ਚ ਵੀ ਹੈ, ਪਾਕਿਸਤਾਨ 'ਚ ਵੀ ਹੈ, ਇਸਰਾਈਲ 'ਚ ਵੀ ਹੈ। ਮੈਜੋਰਿਟੇਰੀਅਨ ਡੈਮੋਕ੍ਰੇਸੀ ਦਾ ਮਤਲਬ ਇਹ ਹੈ ਕਿ ਜਿਹੜੀ ਜਾਤੀ, ਜਿਹੜੀ ਕੌਮ ਦੇਸ਼ ਵਿੱਚ ਬਹੁ ਗਿਣਤੀ 'ਚ ਹੋਵੇ, ਜਿਹੜੀਆਂ ਘੱਟ ਗਿਣਤੀਆਂ ਨੇ ਉਹ ਉਹਦੀਆਂ ਗੁਲਾਮ ਹੋਣਗੀਆਂ। ਸਰਕਾਰ ਚਲਾਉਣ ਦੀ, ਫੈਸਲੇ ਕਰਨ ਦੀ ਸਾਰੀ ਜਿਹੜੀ ਤਾਕਤ ਹੈ ਉਹ ਉਸ ਕਮਿਊਨਿਟੀ ਕੋਲ ਹੋਏਗੀ ਜਿਨ੍ਹਾਂ ਦੀ ਦੇਸ਼ ਵਿੱਚ ਮੈਜੋਰਿਟੀ ਹੈ। ਸਮਝ ਗਏ ਨਾ? ਇਹ ਹੁਣ ਮੈਜੋਰਿਟੇਰੀਅਨ ਰਜੀਮ ਆਇਆ ਮੋਦੀ ਹੋਰਾਂ ਦਾ, ਆਰਐਸਐਸ ਦਾ। ਇਹਨਾਂ ਨੇ ਆ ਕੇ ਪਹਿਲਾਂ ਮੁਸਲਮਾਨਾਂ ਨੂੰ ਰਗੜਾ ਦਿੱਤਾ ਸੀ, ਇਹ ਉਹ ਕਾਨੂੰਨ ਬਣਾਇਆ। ਪੂਰੇ ਸਾਰੇ ਮੁਸਲਮਾਨ ਜਗਤ 'ਚ ਕੋਰਾਮ ਉੱਠਿਆ, ਕਿੱਡੀ ਵੱਡੀ ਐਜੀਟੇਸ਼ਨ ਹੋਈ, ਕਿੰਨੇ ਬੰਦੇ ਮਰੇ, ਕਿੰਨੇ ਦੰਗੇ ਫਸਾਦ ਹੋਏ। ਕ੍ਰਿਸਚੀਅਨਸ ਦੇ ਖਿਲਾਫ ਇਹਨਾਂ ਨੇ ਕੀਤਾ। ਔਰ ਹੁਣ ਕਿਉਂਕਿ ਜਿਹੜਾ ਇਹ ਮੋਰਚਾ ਜਿਹੜਾ ਵਿੱਢਿਆ ਹੈਗਾ ਉਹ ਪੰਜਾਬ ਦੇ ਫਾਰਮਰਸ ਨੇ ਵਿੱਢਿਆ। ਹੁਣ ਇਹਦੇ 'ਚ ਵਿਡੰਬਣਾ ਇਹ ਹੈ ਕਿ ਪੰਜਾਬ ਦਾ ਜਿਹੜਾ ਫਾਰਮਰ ਹੈ ਉਹ ਸਿੱਖ ਹੈ। ਪੰਜਾਬ ਦੀ ਕਿਰਸਾਨੀ ਸਿੱਖ ਕਿਰਸਾਨੀ ਹੈ। ਹੁਣ ਉਹਨਾਂ ਨੂੰ ਜਿੱਥੇ ਸਾਡੀਆਂ ਮੰਗਾਂ ਨੇ ਉੱਥੇ ਜਦ ਕੋਈ ਮਨੁੱਖ ਸਟਰਗਲ 'ਚ ਹੈਗਾ, ਮੈਂ ਕਿਸੇ ਜਦੋਜਹਿਦ 'ਚ ਹਾਂ, ਮੈਂ ਆਪਣੇ ਗੁਰੂ ਨੂੰ ਧਿਆਉਂਗਾ, ਮੈਂ ਆਪਣੇ ਇਸ਼ਟ ਨੂੰ ਧਿਆਵਾਂਗਾ, ਮੈਂ ਆਪਣਾ ਵਿਰਦ ਉੱਥੇ ਕਮਾਵਾਂਗਾ ਜਿੱਥੇ ਮੈਨੂੰ ਮੇਰੇ ਪਿਤਰਾਂ ਨੇ ਦੱਸਿਆ। ਮੈਂ ਤੇ ਅਰਦਾਸ ਕਰਾਂਗਾ, ਮੈਂ ਚੜ੍ਹਦੀ ਕਲਾ ਲਈ ਜਕਾਰੇ ਛੱਡਾਂਗਾ। ਫਿਰ ਮੈਂ ਆਪਣੇ ਸੱਭਿਆਚਾਰ ਨੂੰ, ਲੰਗਰ ਸਾਡੇ ਸੱਭਿਆਚਾਰ ਦਾ ਹਿੱਸਾ, ਝੰਡੇ ਬੁੰਗੇ ਜੁਗੋ ਜੁਗ ਅਟਲ, ਅਸੀਂ ਰੋਜ਼ ਦਿਨ 'ਚ 2-3 ਵਾਰ ਅਰਦਾਸ ਕਰਦੇ ਹਾਂ, ਉਹ ਸਾਰਾ ਕੁਝ ਮੇਰੇ ਜੀਵਨ ਦਾ ਹਿੱਸਾ ਰਹੇਗਾ, ਚਾਹੇ ਮੈਂ ਕਿਸਾਨ ਅੰਦੋਲਨ ਕਰ ਰਿਹਾ। ਹੁਣ ਇਹ ਵੀ ਇਹਨਾਂ ਨੂੰ ਪਸੰਦ ਨਹੀਂ ਆਇਆ। ਮੈਨੂੰ ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਹਿੰਦੁਸਤਾਨ ਦਾ ਜਿਹੜਾ ਅਟਾਰਨੀ ਜਨਰਲ ਆ ਕੇ ਵੇਣੂਗੋਪਾਲ, ਉਹ ਸੁਪਰੀਮ ਕੋਰਟ 'ਚ ਕਹਿ ਰਿਹਾ ਵੀ ਇਹ ਜਿਹੜੇ ਬੰਦੇ ਬੈਠੇ ਨੇ ਖਾਲਿਸਤਾਨੀ ਨੇ, ਟੈਰਰਿਸਟ ਨੇ, ਇਹ ਤਾਂ ਇਹਨਾਂ ਦੇ ਸੱਜੇ ਖੱਬੇ ਲਿੰਕ ਹੈਗੇ ਨੇ। ਔਰ ਦੇਸ਼ ਦਾ ਲਾ ਮਿਨਿਸਟਰ ਰਵੀ ਸ਼ੰਕਰ ਪ੍ਰਸਾਦ, ਉਹ ਕਹਿ ਰਿਹਾ ਇਸ ਅੰਦੋਲਨ ਨੂੰ ਪਾਕਿਸਤਾਨ ਸਮਰਥਨ ਕਰ ਰਿਹਾ, ਇਹਨਾਂ ਨੂੰ ਚੀਨ ਦਾ ਸਮਰਥਨ ਹੈ। ਆ ਪਰਸੋਂ ਚੌਥੇ ਡੌਸਾ ਰਾਜਸਥਾਨ 'ਚ ਹੈ, ਉੱਥੋਂ ਦੀ MP ਬੋਲੀ ਹੈ ਜਸਕਰ ਮੀਨਾ, ਉਹਨੇ ਤਾਂ ਸਿਰੇ ਹੀ ਲਾਤੀ ਪਈ ਇਹ ਸਾਰੇ ਜੀ ਦੇਸ਼ ਧਰੋਹੀ ਨੇ, ਦੇਸ਼ ਵਿਰੋਧੀ ਨੇ। ਜਿਹੜਾ ਬੰਦਾ ਉਹਨਾਂ ਦਾ ਬੋਲਦਾ ਉਹ ਇਸ ਭਾਸ਼ਾ ਵਿੱਚ ਗੱਲ ਕਰਦਾ ਹੈ। ਤੇ ਮੈਂ ਮੁਬਾਰਕ ਦਿੰਦਾ ਸਾਰੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੇ ਆਗੂਆਂ ਨੂੰ, ਜਿੱਡੇ ਵੱਡੇ ਸੰਜਮ ਤੋਂ ਉਹਨਾਂ ਨੇ ਕੰਮ ਲਿਆ। ਆ 2 ਮਹੀਨੇ ਦੀ ਗੱਲਬਾਤ, ਉਹ ਇੱਕ ਵਾਰੀ ਵੀ ਇਸ਼ਤਿਹਾਲ 'ਚ ਨਹੀਂ ਆਏ। ਉਹਨਾਂ ਨੇ ਇਹਨਾਂ ਗੱਲਾਂ ਦਾ ਨੂੰ ਰਿਐਕਟ ਨਹੀਂ ਕੀਤਾ, ਭਾਵੇਂ ਜੋ ਮਰਜ਼ੀ ਸਾਡੇ ਖਿਲਾਫ। ਦੇਖੋ ਨਾ, ਦੇਸ਼ ਦੀ ਸਰਵਉੱਚ ਅਦਾਲਤ 'ਚ ਦੇਸ਼ ਦਾ ਸਭ ਤੋਂ ਵੱਡਾ ਵਕੀਲ ਸਰਕਾਰੀ, ਉਹ ਕਹੇ ਕਿ ਇਹ ਜਿਹੜੇ ਬੈਠੇ ਨੇ ਇਹ ਖਾਲਿਸਤਾਨੀ ਨੇ ਜੀ, ਇਹ ਟੈਰਰਿਸਟ ਨੇ, ਇਦੋਂ ਵੱਡੀ ਕੋਈ ਅਨਫੋਰਚੂਨੇਟ ਗੱਲ ਹੋ ਸਕਦੀ ਹੈ? ਇਹਦੇ ਬਾਵਜੂਦ ਕਿਸਾਨ ਜਿਹੜੇ ਨੇ ਉਹ ਗੱਲਬਾਤ ਲਈ ਗਏ। ਗੱਲਬਾਤ ਦਾ ਰਸਤਾ ਉਹਨਾਂ ਨੇ ਤਿਆਗਿਆ ਨਹੀਂ ਹੈ। ਬੜਾ ਪਿਆਰਾ ਸ਼ੇਰ ਹੈ ਕਿ ਇਹ ਹਮੀ ਥੇ ਜਿਨਕੇ ਲਿਬਾਸ ਪਰ
सरे राह स्याही लिखी गई, वही दाग थे जो सजा के हम सरे बज़म में यार चले गए। ਅਸੀਂ ਫੇਰ ਸਰੇ ਬਜ਼ਮ ਗਏ, ਬਾਵਜੂਦ ਇਸ ਦੇ ਕਿ ਕੋਈ ਸਾਨੂੰ ਅੱਤਵਾਦੀ ਦੱਸਦਾ, ਕੋਈ ਪਾਕਿਸਤਾਨ ਦੇ ਹਮੇਤੀ ਦੱਸਦਾ, ਕੋਈ ਕੁਛ ਦੱਸਦਾ। ਔਰ ਠੀਕ ਉਸ ਵੇਲੇ ਜਦੋਂ ਉਹ ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਅਬਿਊਜ਼ਸ, ਦੇ ਆਰ ਹਰਲਿੰਗ ਅਬਿਊਜ਼ਸ ਅਪਨ ਅਸ, ਸਾਡੇ ਪੁੱਤਰ ਜਿਹੜੇ ਨੇ ਉਹ ਸਰਹੱਦਾਂ ਤੇ ਮਰ ਰਹੇ ਨੇ, ਰੋਜ਼ ਤਬੂਤ ਕਦੇ ਚੀਨ ਤੋਂ ਆ ਰਹੇ ਨੇ, ਕਦੇ ਕਸ਼ਮੀਰ ਤੋਂ ਆ ਰਹੇ ਨੇ। ਬਾਪੂ ਜਿਹੜਾ ਹੈਗਾ ਉਹ ਸਿੰਘੂ ਬਾਰਡਰ ਤੇ ਬੈਠਾ, ਪੁੱਤ ਦਾ ਤਬੂਤ ਕਸ਼ਮੀਰ ਤੋਂ ਆ ਰਿਹਾ। ਫਿਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਇਹ ਸਾਨੂੰ ਆਖਣ ਕਿ ਇਹ ਦੇਸ਼ ਧਰੋਹੀ ਨੇ ਜਿਹੜੇ ਲੋਕ ਆਪਣੇ ਹੱਕਾਂ ਲਈ ਲੜ ਰਹੇ ਨੇ। ਵੈਰੀ ਅਨਫੋਰਚੂਨੇਟ। ਔਰ ਮੈਂ ਸਮਝਦਾ ਕਿ ਇਹ ਜਿਹੜਾ ਸਾਰਾ ਹੁਣ 26 ਤਰੀਕ ਬਹੁਤ ਨੇੜੇ ਹੈ, ਬੜਾ ਭਿਆਨਕ ਮਰਹਲਾ ਜਿਹੜਾ ਹੈ ਸਾਡੇ ਸਾਹਮਣੇ ਆ ਰਿਹਾ, ਬੜਾ ਵੱਡਾ ਇਮਤਿਹਾਨ ਹੈ। ਸਰਕਾਰ ਆਪਦੀ ਤਿਆਰੀ ਕਰ ਰਹੀ ਹੈ, ਮੈਜੋਰਿਟੇਰੀਅਨ ਡੈਮੋਕ੍ਰੇਸੀ ਹੈ, ਪਤਾ ਨਹੀਂ ਕੀ ਭਾਣੇ ਵਰਤਣੇ ਨੇ। ਰੱਬ ਕਰੇ ਸਭ ਸੁੱਖੀ ਸਾਂਦੀ ਹੋ ਜਵੇ। ਲੇਕਿਨ ਗੁਰੂ ਨਾਨਕ ਸਾਹਿਬ ਨੇ ਵੀ ਬਹੁਤ, ਮਹਾਰਾਜ ਦਾ ਪਵਿੱਤਰ ਫਰਮਾਨ ਸੀ ਕਿ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ, ਕਿਸ ਪੇ ਖੋਲੂ ਗੰਠੜੀ ਦੁਖੀ ਪਰ ਆਇਆ। ਹੁਣ ਕਿੱਥੇ ਦੁੱਖ ਸੁਣਾਏ ਕਿਸਾਨ, ਕਿੱਥੇ ਜਾਏ? ਸੁਪਰੀਮ ਕੋਰਟ ਚ ਗਿਆ, ਸੁਪਰੀਮ ਕੋਰਟ ਨੇ ਕਹਿਤਾ ਜੀ ਸਟੇ ਕਰਤਾ, ਇੱਕ ਕਮੇਟੀ ਬਣਾਤੀ। ਕਮੇਟੀ ਉਹਨਾਂ ਬੰਦਿਆਂ ਦੀ ਬਣਾਤੀ ਜਿਨ੍ਹਾਂ ਬੰਦਿਆਂ ਨੇ ਕਾਨੂੰਨ ਬਣਾਏ ਨੇ। ਇਟਸ ਅਨਫੋਰਚੂਨੇਟ। ਇੱਕ ਦੋ ਬੰਦੇ ਤਾਂ ਐਸੇ ਨੇ ਉਸ ਕਮੇਟੀ ਚ ਜਿਨ੍ਹਾਂ ਨੇ ਅਡਾਨੀਆਂ ਦੇ ਕਾਰਪੋਰੇਟ ਹਾਊਸਸ 'ਚ ਬੈਠ ਕੇ ਇਹਨਾਂ ਦੀ ਡਰਾਫਟਿੰਗ ਕੀਤੀ ਹੈ। ਔਰ ਉਹੀ ਬੰਦੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਸਾਡਾ ਨਿਆਂ ਦੇਣ ਲਈ ਬਿਠਾਤਾ। ਔਰ ਅਸੀਂ ਲਗਾਤਾਰ 1947 ਤੋਂ ਬਾਅਦ ਹੁਣ ਅਸੀਂ, ਇਹ ਕਿਵੇਂ ਹੋ ਸਕਦਾ ਕਿ ਪੰਜਾਬ ਦਾ ਇੱਕ ਸਿੱਖ ਕਿਸਾਨ ਸਿੰਘੂ ਬਾਰਡਰ ਤੇ ਜਾਂ ਟਿਕਰੀ ਬਾਰਡਰ ਤੇ ਜਾਣ ਤੋਂ ਪਹਿਲਾਂ ਉਹ ਆਪਣੀ ਆਇਡੈਂਟੀਟੀ ਕਿਵੇਂ ਖਤਮ ਕਰ ਸਕਦਾ? ਉਹ ਦਸਤਾਰ ਲਾ ਕੇ ਜਾਏ, ਉਹ ਕਕਾਰ ਉਤਾਰ ਕੇ ਜਾਏ, ਤਾਂ ਕਿ ਮੋਦੀ ਉਹਨਾਂ ਨੂੰ ਸਾਡੀ ਦਸਤਾਰ ਪਸੰਦ ਨਹੀਂ, ਸਾਡੇ ਕਕਾਰ ਪਸੰਦ ਨਹੀਂ। ਜਿਹਦੇ ਕਕਾਰ ਹੋਣ, ਜਿਹਦਾ ਦਾੜਾ ਪ੍ਰਕਾਸ਼ ਹੋਵੇ, ਉਹ ਇਹਨਾਂ ਨੂੰ ਅੱਤਵਾਦੀ ਦਿਸਦਾ ਹੈ। ਇਸ ਤੋਂ ਅਨਫੋਰਚੂਨੇਟ ਗੱਲ ਹੋਰ ਕੀ ਹੋ ਸਕਦੀ ਹੈ? ਇਹ ਕਿਉਂ ਨਹੀਂ ਸਮਝਦੇ ਕਿ ਤੁਸੀਂ ਐਸਾ ਜਿਹੜਾ ਸਾਡਾ ਪੋਰਸ ਬਾਰਡਰ ਹੈਗਾ, ਇਹਦੇ ਜੀਓਪੋਲਿਟੀਕਲ ਨੁਆਂਸਸ ਇੰਨੇ ਖਤਰਨਾਕ ਹੋਣਗੇ? ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ। ਮੋਦੀ ਅਰ ਸ਼ਾਹ ਨੂੰ ਕੀ ਪਤਾ? ਆ ਮੈਂ ਅੰਕੜੇ ਦੇਖ ਰਿਹਾ ਸੀ, ਫੌਜ ਦੀ ਜਿਹੜੀ ਭਰਤੀ ਹੈ, ਜਿਹੜਾ ਪੰਜਾਬੀ ਹੈ, 1 ਲੱਖ ਦੇ ਜੇ ਆਪਾਂ ਗਿਣਤੀ ਕਰਨੀ ਹੋਵੇ ਤਾਂ 51% ਪੰਜਾਬੀ ਫੌਜ 'ਚ ਭਰਤੀ ਹੁੰਦਾ ਹੈ, 35% ਹਰਿਆਣਵੀ ਹੈ, 2% ਹੈ ਗੁਜਰਾਤੀ। ਜਿਹੜੇ 51% ਤੁਹਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ, ਤੁਹਾਡੇ ਮੁਲਕ ਦੀ 1 ਇੰਚ ਜ਼ਮੀਨ ਤੇ ਜੇ ਕੋਈ ਪੈਰ ਧਰਦੇ, ਉਹ ਗੋਲੀਆਂ ਛਾਤੀਆਂ 'ਚ ਖਾਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ। ਤੇ ਤੁਸੀਂ ਉਹਨਾਂ ਦੀ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹੋ ਜਿਹੜੀ ਉਹਨਾਂ ਦੀ ਮਿੱਟੀ, ਪਿੰਡ ਦੀ, ਜਿਹੜੀ ਉਹਨਾਂ ਨੂੰ ਵਿਰਾਸਤ ਵਿੱਚ ਮਿੱਟੀ ਮਿਲੀ ਹੈ, ਜਿਸ ਮਿੱਟੀ 'ਚੋਂ ਪੈਦਾ ਹੋਏ ਨੇ, ਵੱਡੇ ਹੋਏ ਨੇ। ਕੁਝ ਦਿਨ ਹੋਏ ਮੈਨੂੰ ਨੌਜਵਾਨ ਕਹਿੰਦੇ ਜੀ ਤੁਹਾਡੇ ਮੇਰੇ ਪਿੰਡ ਜਿਹੜਾ ਮਕਾਨ ਆ, ਕਹਿੰਦੇ ਜੀ ਉਹਦੀ ਬੁਲੰਦ ਜਿਹੜੀ ਪਾਣੀ ਦੀ ਟੈਂਕੀ ਆ ਉਹਦੇ ਤੇ ਕਿਸਾਨ ਯੂਨੀਅਨ ਦਾ ਝੰਡਾ ਲਾਉਣਾ, ਲਾ ਦਈਏ? ਮੈਂ ਕਿਹਾ ਲਾਓ, ਕਿਉਂ ਨਹੀਂ ਲਾਉਣਾ? ਮੈਂ 2 ਚੀਜ਼ਾਂ ਮੈਨੂੰ ਜਨਮ ਲੈਣ ਵੇਲੇ ਜੋ ਵਿਰਾਸਤ 'ਚ ਮਿਲਦੀਆਂ ਨੇ, ਇੱਕ ਤਾਂ ਮੈਨੂੰ ਸਿੱਖੀ ਵਿਰਾਸਤ 'ਚ ਮਿਲਦੀ ਹੈ। ਜਦ ਮੇਰੇ ਮਾਤਾ ਪਿਤਾ ਮੇਰਾ ਨਾਂ ਧਰਦੇ ਨੇ, ਮੈਂ ਉਹ ਸਾਰੇ ਇਤਿਹਾਸ ਦਾ ਵਾਰਸ ਹੋ ਜਾਂਦਾ, 10 ਪਾਤਸ਼ਾਹੀਆਂ ਦਾ ਔਰ ਅਰਦਾਸ ਦੇ ਸ਼ਹੀਦਾਂ ਦਾ ਮੈਂ ਵਾਰਸ ਬਣਦਾ। ਦੂਜੀ, ਮਿੱਟੀ ਜਿਹੜੀ ਮੇਰੇ ਪਿਤਾ ਦੇ ਨਾਂ ਤੇ ਬੋਲਦੀ ਹੈ, ਮੇਰੇ ਦਾਦੇ ਦੇ ਨਾਂ ਤੇ ਬੋਲਦੀ ਹੈ, ਮੈਂ ਉਸ ਮਿੱਟੀ ਦਾ ਵਾਰਸ ਵੀ ਬਣਦਾ। ਇਸ ਕਰਕੇ ਮੈਂ ਪੈਦਾ ਹੁੰਦਾ ਹੀ ਕਿਸਾਨ ਵੀ ਹਾਂ ਤੇ ਸਿੱਖ ਵੀ ਹਾਂ। ਜੇ ਮੇਰੇ ਘਰ ਤੇ ਕਿਸਾਨ ਯੂਨੀਅਨ ਦਾ ਝੰਡਾ ਨਹੀਂ ਲੱਗੂਗਾ ਫਿਰ ਹੋਰ ਕਿੱਥੇ ਲੱਗੂ? ਲਾਓ। ਇਹ ਨੁਆਂਸਸ ਜਿਹੜੇ ਨੇ, ਇਹ ਬਾਰੀਕੀਆਂ ਜਿਹੜੀਆਂ ਨੇ,
ਔਰ ਇਹ ਜਿਹੜੀ ਇਮੋਸ਼ਨਲ ਇੰਟੈਗ੍ਰੇਸ਼ਨ ਆ ਵਿਦ ਖੇਤੀ, ਵਿਦ ਖੇਤ, ਵਿਦ ਸਿਸਟਮ। ਮੈਂ ਤਾਂ ਇਹ ਵੀ ਕਹਿਣਾ, ਗਲਤ ਸਮਝਦੇ ਨੇ ਜਿਹੜੇ ਲੋਕ ਖੇਤੀ ਨੂੰ ਸਾਡਾ ਕਿੱਤਾ ਸਮਝਦੇ ਨੇ। ਖੇਤੀ ਤਾਂ ਸਾਡੀ ਜੀਵਨ ਜਾਚ ਹੈ, ਇਹ ਸਾਡਾ ਵੇ ਆਫ ਲਾਈਫ ਹੈ। ਅਸੀਂ ਕਿਸੇ ਵੀ ਕੀਮਤ ਤੇ ਜੋ ਸਾਨੂੰ ਤਰਬੀਅਤ ਮਿਲਦੀ ਹੈ, ਜੋ ਸਾਡੀ ਜ਼ਿੰਦਗੀ 'ਚ ਸਹਿਜ ਹੈ, ਸਭ ਕੁਝ ਸਾਡਾ ਜਿਹੜਾ ਕਲਚਰਲ ਹੈਰੀਟੇਜ ਹੈ ਜਾਂ ਸਾਡੀ ਸ਼ਖਸੀਅਤ ਦੀ ਜਿਹੜੀ ਉਸਾਰੀ ਦੀ ਪ੍ਰੋਗਰੈਸ਼ਨ ਹੈ, ਉਹ ਸਾਡੀ ਖੇਤਾਂ ਨਾਲ ਜੁੜੀ ਹੈ, ਪਸ਼ੂਆਂ ਨਾਲ ਜੁੜੀ ਹੈ, ਪੰਛੀਆਂ ਨਾਲ ਜੁੜੀ ਹੈ, ਖੇਤਾਂ ਨਾਲ ਜੁੜੀ ਹੈ, ਛੱਪੜਾਂ ਨਾਲ ਜੁੜੀ ਹੈ, ਰੁੱਖਾਂ ਨਾਲ ਜੁੜੀ ਹੈ, ਪਿੰਡ ਦੇ ਆਦਾਨ ਪ੍ਰਦਾਨ ਨਾਲ ਜੁੜੀ ਹੈ। ਉਹ ਤੋਂ ਅਸੀਂ ਕਿਵੇਂ ਟੁੱਟ ਸਕਦੇ? ਹੁਣ ਇਹ ਚਾਹੁੰਦੇ ਨੇ ਵੀ ਇਹ ਸਾਰੀਆਂ ਚੀਜ਼ਾਂ ਤੋਂ ਇਹ ਟੁੱਟ ਜਾਣ। ਮੈਂ ਮੋਦੀ ਨੂੰ ਇਹ ਫੋਰਵਾਰਨ ਕਰਨਾ ਚਾਹੁੰਦਾ। ਦੇਖੋ, ਪਹਿਲਾਂ ਤੁਸੀਂ ਸਾਰੇ ਮੁਸਲਮਾਨ ਦੇਸ਼ ਤੇ ਉਹਨਾਂ ਨੂੰ ਅਲੱਗ ਥਲੱਗ ਕੀਤਾ, ਉਹਨਾਂ ਦੇ ਖਿਲਾਫ ਤੁਸੀਂ ਸ਼ਮਸ਼ਾਨਾਂ ਤੇ ਕਬਰਸਤਾਨਾਂ ਦੀ ਸਿਆਸਤ ਕੀਤੀ। ਸ਼ਮਸ਼ਾਨਾਂ ਤੇ ਕਬਰਸਤਾਨਾਂ ਵਾਲਿਆਂ ਨੂੰ ਅਲੱਗ ਥਲੱਗ ਕਰਤਾ, ਉਹਨਾਂ ਤੇ ਹਮਲੇ ਹੋਏ ਔਰ ਕਤਲੋ ਗਾਰਤ ਹੋਈ, ਉਹ ਸਾਰੇ ਅਲੱਗ ਕਰ ਦਿੱਤੇ ਸੀ। ਸਭ ਤੋਂ ਵੱਡੀ ਲਾਰਜੈਸਟ ਮਿਨੋਰਿਟੀ। ਫਿਰ ਤੁਸੀਂ ਕ੍ਰਿਸਚੀਅਨਸ ਦੇ ਪਾਦਰੀ ਜਿਹੜੇ ਸੀ, ਉਹ ਜਿਉਂਦੇ ਬੱਚਿਆਂ ਸਮੇਤ ਸਾੜੇ, ਉੜੀਸਾ 'ਚ ਸਾੜਿਆ, ਔਰ ਤੁਸੀਂ ਉਹਨਾਂ ਨੂੰ ਅਲੱਗ ਥਲੱਗ ਕੀਤਾ, ਚਰਚ ਨੂੰ ਅਲੱਗ ਥਲੱਗ ਕੀਤਾ। ਹੁਣ ਤੁਸੀਂ ਆਡਾ ਸਾਡੇ ਨਾਲ ਲੈ ਲਿਆ। ਜਿੱਥੇ ਪੰਜਾਬ ਦੇ ਇਹ ਕਿਸਾਨ ਦੀ ਲੜਾਈ ਹੈ, ਉੱਥੇ ਜਿਹੜਾ ਤੁਸੀਂ ਅਟੈਕ ਕਰ ਰਹੇ ਹੋ, ਉਹ ਸਾਡੀ ਆਇਡੈਂਟੀਟੀ ਤੇ ਕਰ ਰਹੇ ਹੋ। ਜੋ ਤੁਸੀਂ ਸਾਨੂੰ ਅੱਤਵਾਦੀ ਦੱਸਦੇ ਹੋ, ਜੋ ਤੁਸੀਂ ਖਾਲਿਸਤਾਨੀ ਦੱਸਦੇ ਹੋ, ਜਦੋਂ ਤੁਸੀਂ ਕਹਿੰਦੇ ਹੋ ਜੀ ਇਹਨਾਂ ਨੂੰ ਪਾਕਿਸਤਾਨ ਦਾ ਸਮਰਥਨ ਹੈ, ਇਹਨਾਂ ਨੂੰ ਚੀਨ ਦਾ ਸਮਰਥਨ ਹੈ, ਤੁਸੀਂ ਸਾਡੀ ਇੰਟੈਗਰਿਟੀ, ਤੁਸੀਂ ਸਾਡੇ ਸਵੈਮਾਨ ਤੇ ਹਮਲਾ ਕਰ ਰਹੇ ਹੋ। ਔਰ ਅਸੀਂ ਫੇਰ ਵੀ ਬਹੁਤ ਕੁਝ ਹੁਣ ਤੱਕ ਦਰਗੁਜ਼ਰ ਕਰ ਗਏ। ਮੈਂ ਮੋਦੀ ਨੂੰ ਫੋਰਵਾਰਨ ਕਰਨਾ ਚਾਹੁੰਦਾ ਕਿ ਜੀਓ ਪੋਲੀਟੀਕਲ ਨੁਆਂਸਸ, ਉਹਨਾਂ ਦੀ ਦ੍ਰਿਸ਼ਟੀ 'ਚ ਇਹਨੂੰ ਮਸਲੇ ਨੂੰ ਵਿਚਾਰੋ। ਕੋਈ ਗੁਆਂਢੀ ਅੱਜ ਤੁਹਾਡਾ ਮਿੱਤਰ ਨਹੀਂ ਹੈ, ਨਾ ਬੰਗਲਾਦੇਸ਼ ਹੈ, ਨਾ ਈਵਨ ਨੇਪਾਲ ਵੀ ਦੰਦ ਦਿਖਾਉਣ ਲੱਗ ਗਿਆ। ਚੀਨ, ਪਾਕਿਸਤਾਨ, ਇਹ ਹਜ਼ਾਰਾਂ ਕਿਲੋਮੀਟਰ ਦਾ ਬਾਰਡਰ ਹੈ, ਜਿਹਦੀ ਰਖਵਾਲੀ ਉਸ ਕਿਸਾਨ ਦਾ ਪੁੱਤ ਕਰ ਰਿਹਾ, ਜਿਹਨੂੰ ਤੁਸੀਂ ਟਿੱਚ ਜਾਣਿਆ, ਜਿਹਦਾ ਤੁਸੀਂ ਮਜ਼ਾਕ ਉਡਾਇਆ, 60 ਦਿਨ ਮਜ਼ਾਕ ਉਡਾਇਆ। ਸ਼ਰਮ ਆਉਣੀ ਚਾਹੀਦੀ ਹੈ ਵੀ 11 ਮੀਟਿੰਗਾਂ, ਹਰ ਮੀਟਿੰਗ ਜਦੋਂ ਸ਼ੁਰੂ ਹੁੰਦੀ ਹੈ ਤਾਂ ਮਿਨਿਸਟਰ नरेंद्र ਤੇ उम्र पूछता, हाँ बताओ क्या चाहते हो, बताओ क्या चाहते हो। यानी ਹੁਣ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਲੱਗਿਆ ਵੀ ਹਮ ਕਿਆ ਚਾਹਤੇ। ਇੱਕ ਪੁਰਾਣਾ ਗੀਤ ਸੁਣਦੇ ਹੁੰਦੇ ਸੀ ਕਿ पत्ता पत्ता बूटा बूटा हाल हमारा जाने हो, जाने ना जाने तो गुल ही ना जाने, बाग तो सारा जाने हो। यानी ਇਹਨਾਂ ਨੂੰ ਨਹੀਂ ਪਤਾ ਲੱਗਿਆ, ਨਰਿੰਦਰ ਮੋਦੀ ਨੂੰ, ਤੋਮਰ ਨੂੰ ਤੇ ਸ਼ਾਹ ਨੂੰ, ਕਿ ਕਿਸਾਨ ਦੇਸ਼ ਦਾ ਚਾਹੁੰਦਾ ਕੀ ਹੈ। ਇਹਨਾਂ ਨੇ ਵੰਡੀਆਂ ਪਾਈਆਂ, ਤੋੜੇ, ਹਰਿਆਣਾ ਬਣਾਇਆ, ਲੇਕਿਨ ਇਸ ਕਿਸਾਨ ਅੰਦੋਲਨ ਨੇ ਅੱਜ ਹਰਿਆਣਾ ਵੀ ਇਕੱਠਾ ਕਰਤਾ, ਵੈਸਟਰਨ ਯੂਪੀ ਵੀ ਇਕੱਠੀ ਹੋ ਗਈ। ਦੁੱਖ ਇਹਨਾਂ ਨੂੰ ਇਹ ਹੈ ਕਿ ਅਸੀਂ ਤਾਂ ਇਸ ਹਿੰਦੁਸਤਾਨ ਵਿੱਚ ਹਿੰਦੂਤਵਾ ਦਾ ਰਾਜ ਕਰਨਾ ਚਾਹੁੰਦੇ ਸੀ, ਉਹਨੂੰ ਲਾਗਾ ਕਰਨਾ ਚਾਹੁੰਦੇ ਸੀ। ਇਹ ਕਿਸਾਨ ਅੰਦੋਲਨ ਨੇ ਉਹ ਮਿੱਥ ਤੋੜਤੀ। ਸਾਰੀ ਮਿੱਥ ਕਿਵੇਂ ਟੁੱਟੀ ਕਿ ਹਿੰਦੁਸਤਾਨ ਵਿੱਚ ਕਿਸਾਨ ਤੇ ਮਜ਼ਦੂਰ ਉਹ ਜਿਹਦੀ ਨਿਰਭਰਤਾ ਖੇਤਾਂ ਔਰ ਖੇਤੀ ਤੇ ਆ, ਇਹਨਾਂ ਦੀ ਗਿਣਤੀ 60 ਤੋਂ 70% ਹੈ, ਪਲੱਸ ਮੁਸਲਮਾਨ, ਪਲੱਸ ਕ੍ਰਿਸਚੀਅਨ। ਇਹ ਹਿੰਦੁਸਤਾਨ ਦੀ ਵਸੋਂ ਦਾ ਜੇ 70% ਹਿੱਸਾ, 75% ਹਿੱਸਾ ਝੰਡੇ ਲੈ ਕੇ ਮੋਦੀ ਦੇ ਖਿਲਾਫ ਖੜਾ ਹੋ ਗਿਆ, ਤਾਂ ਇਹਨਾਂ ਦਾ ਹਿੰਦੂਤਵ ਦਾ ਏਜੰਡਾ ਤਾਂ ਹੁਣ ਠੁੱਸ ਹੋ ਗਿਆ। ਇਸ ਲਈ ਇਸ ਪਰੇਸ਼ਾਨੀ ਚੋਂ ਉਹ ਖੱਜਲ ਖੁਆਰ ਕਰਨਾ ਚਾਹੁੰਦੇ ਨੇ ਕਿਸਾਨ। ਮੇਰੀ ਇਹ ਬੇਨਤੀ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਬਹੁਤ ਭਿਆਨਕ ਆ ਰਿਹਾ ਸਾਡੇ ਸਾਹਮਣੇ, ਔਰ ਅਸੀਂ ਚਾਹੁੰਦੇ ਹਾਂ
ਕਿ 26 ਜਨਵਰੀ ਜਿਹੜੀ ਹੈ ਉਹ ਸੁੱਖ ਸਾਂਦ ਨਾਲ ਗੁਜ਼ਰ ਜੇ। ਇੱਕ ਮੈਂ ਹੋਰ ਤੁਹਾਡੀ ਦ੍ਰਿਸ਼ਟੀ 'ਚ ਲਿਆਉਣੀ ਚਾਹੁੰਦਾ ਕਿ ਜਿਹੜੀ ਕਮੇਟੀ ਬਣਾਈ 15 ਜੂਨ 2019 ਨੂੰ ਪ੍ਰਧਾਨ ਮੰਤਰੀ ਨੇ, ਉਸ ਕਮੇਟੀ ਦੀਆਂ 3 ਮੀਟਿੰਗਾਂ ਹੋਈਆਂ, ਜਿਸ ਕਮੇਟੀ ਨੇ ਇਹ ਸਾਰੇ ਰਿਫਾਰਮ ਸੁਜੈਸਟ ਕਰਨੇ ਸੀ। ਉਹ ਕਮੇਟੀ ਜਿਹੜੀ ਸੀ ਉਹ ਨੀਤੀ ਆਯੋਗ ਦੀ ਸਬ ਕਮੇਟੀ ਸੀ। ਉਸ ਨੇ ਆਪਣੀ ਰਿਪੋਰਟ ਨੀਤੀ ਆਯੋਗ ਨੂੰ ਦੇਣੀ ਸੀ। ਨੀਤੀ ਆਯੋਗ ਨੇ ਉਸ ਰਿਪੋਰਟ ਨੂੰ ਜਾਂ ਮਨਜ਼ੂਰ ਕਰਨਾ ਸੀ ਜਾਂ ਰੱਦ ਕਰਨਾ ਸੀ। ਉਸ ਤੋਂ ਬਾਅਦ ਭਾਰਤ ਸਰਕਾਰ ਨੇ ਉਸ ਰਿਪੋਰਟ ਨੂੰ ਲਾਗੂ ਕਰਨਾ ਸੀ। ਹੁਣ ਤੁਸੀਂ ਹੈਰਾਨ ਹੋਵੋਗੇ ਕਿ 15 ਜੂਨ 2019 ਤੋਂ ਲੈ ਕੇ ਅੱਜ ਤੀਕਰ ਨੀਤੀ ਆਯੋਗ ਦੀ ਦੁਬਾਰਾ ਮੀਟਿੰਗ ਹੀ ਨਹੀਂ ਹੋਈ। ਉਹ ਰਿਪੋਰਟ ਜਿਹੜੀ ਆ ਉਹ ਨੀਤੀ ਆਯੋਗ ਕੋਲ ਗਈ ਨਹੀਂ। ਜਿਹੜੇ ਆਰਟੀਆਈ ਐਕਟਿਵਿਸਟ ਨੇ, ਬੀਬੀ ਹੈ ਅੰਜਲੀ ਭਾਰਤਵਾਜ, ਉਹਨੇ ਅੰਡਰ ਆਰਟੀਆਈ ਇਹ ਇਨਫੋਰਮੇਸ਼ਨ ਮੰਗੀ ਨੀਤੀ ਆਯੋਗ ਤੋਂ, ਭਈ ਉਹ ਰਿਪੋਰਟ ਤੁਹਾਡੇ ਕੋਲ ਕਦੋਂ ਆਈ, ਕਦੋਂ ਤੁਸੀਂ ਅਪਰੂਵ ਕੀਤੀ। It was mandatory to place that report in the meeting of the chief ministers also. ਉਹਨਾਂ ਦਾ ਜਵਾਬ ਆ ਗਿਆ ਜੀ ਉਹ ਰਿਪੋਰਟ ਤਾਂ ਹਲੇ ਅਪਰੂਵ ਹੀ ਨਹੀਂ ਹੋਈ ਕਿਉਂਕਿ ਮੀਟਿੰਗ ਹੀ ਨਹੀਂ ਹੋਈ। ਤੇ ਜੇ ਰਿਪੋਰਟ ਮਨਜ਼ੂਰ ਪਲੇਸ ਹੀ ਨਹੀਂ ਹੋਈ, ਅਪਰੂਵ ਨਹੀਂ ਹੋਈ, ਤੇ ਫਿਰ ਅਸੀਂ ਪੁੱਛਣਾ ਚਾਹੁੰਦੇ ਹਾਂ ਮੋਦੀ ਤੋਂ ਤੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਤੋਂ, ਤੇ ਇਹ ਜਿਹੜੇ ਆਰਡੀਨੈਂਸ ਲਿਆਂਦੇ ਫਿਰ ਉਹ ਕਿੱਥੇ ਡਰਾਫਟ ਹੋਏ? Who drafted these ordinance? Where is the report of that committee? ਤੁਸੀਂ ਬੇਵਕੂਫ ਬਣਾ ਰਹੇ ਹੋ ਸਾਰੇ ਦੇਸ਼ ਨੂੰ, ਸਾਰੇ ਕਿਸਾਨਾਂ ਨੂੰ, ਸਾਰੇ ਪੜ੍ਹੇ ਲਿਖੇ ਲੋਕਾਂ ਨੂੰ। ਇਸ ਮੁਲਕ ਨੂੰ ਤੁਸੀਂ ਸਮਝਦੇ ਹੋ ਵੀ ਮੋਦੀ ਤੇ ਸ਼ਾਹ ਚਲਾਉਣਗੇ, ਇਹ ਨਹੀਂ ਹੋਏਗਾ। ਇਸ ਵਾਸਤੇ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਬਹੁਤ ਖਤਰਨਾਕ ਹੈ। ਜਿੰਨਾ ਦੇਸ਼ ਦਾ, ਪੰਜਾਬ ਦਾ ਜਿਹੜਾ ਕਿਸਾਨ ਹੈ ਉਹਨੂੰ ਸਜਗ ਹੋਣਾ ਪਏਗਾ। ਸਾਨੂੰ ਆਪਣੇ ਸਵੈਮਾਨ ਦੇ ਵਾਸਤੇ ਆਪਣੀ ਜਿਹੜੀਆਂ ਸਾਡੀਆਂ ਰਵਾਇਤਾਂ ਨੇ, ਸਾਡੀ ਅਰਦਾਸ ਹੈ, ਉਹਦੇ ਤੇ ਪਹਿਰਾ ਦਿੰਦੇ ਹੋਏ ਇਹਨਾਂ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਇਹ ਬੱਚਾ ਜਿਹੜਾ ਹੈਗਾ ਇਹ ਕਿਸਾਨ ਅੰਦੋਲਨ ਨਾਲ ਕਿਵੇਂ ਜੁੜ ਗਿਆ। ਵਾਸ਼ਿੰਗਟਨ 'ਚ ਵੀ ਮੁਜ਼ਾਹਰੇ ਹੋ ਰਹੇ ਨੇ, ਕੈਨੇਡਾ 'ਚ ਵੀ, ਬਰੈਂਪਟਨ 'ਚ ਵੀ ਮੁਜ਼ਾਹਰੇ ਹੋ ਰਹੇ ਨੇ, ਔਰ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਉਹ ਕਿਸਾਨ ਅੰਦੋਲਨ ਦੇ ਹੱਕ 'ਚ ਬੋਲ ਰਿਹਾ। ਕੈਨੇਡਾ ਦਾ ਪ੍ਰਾਈਮ ਮਿਨਿਸਟਰ ਟਰੂਡੋ ਬੋਲ ਰਿਹਾ। ਉਹਨੇ ਕਹਿ ਕੇ ਦਿੱਤਾ ਬਈ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉਸੇ ਵੇਲੇ ਉਹਨੂੰ ਚਿੱਠੀ ਲਿਖਤੀ, ਉਹਨਾਂ ਦਾ ਐਂਬੈਸਡਰ ਤਲਬ ਕਰ ਲਿਆ ਕਿ ਭਾਈ ਇਹ ਸਾਨੂੰ ਗੱਲ ਬੜੀ ਇਜ਼ਹਾਰੇ ਨਾਪਸੰਦਗੀ ਪ੍ਰਧਾਨ ਮੰਤਰੀ ਵੱਲੋਂ, ਵੀ ਸਾਨੂੰ ਇਹ ਗੱਲ ਬਹੁਤ ਬੁਰੀ ਲੱਗੀ ਹੈ ਤੁਸੀਂ ਕਿਸਾਨ ਦੀ ਹਮਾਇਤ ਕਰਦੀ। ਉਹਨੂੰ ਇਹ ਨਹੀਂ ਪਤਾ ਬਈ ਪੰਜਾਬ ਤਾਂ ਹੁਣ ਕਈ ਥਾਂ ਵਸਦਾ ਹੈ। ਬਈ ਪੰਜਾਬ ਤਾਂ ਅਮਰੀਕਾ 'ਚ ਵੀ ਵਸਦਾ, ਪੰਜਾਬ ਕੈਨੇਡਾ 'ਚ ਵੀ ਵਸਦਾ, ਪੰਜਾਬ ਇੰਗਲੈਂਡ 'ਚ ਵੀ ਵਸਦਾ। ਸਿੱਖ ਤਾਂ ਹੁਣ ਗਲੋਬਲ ਕਮਿਊਨਿਟੀ ਨੇ, ਸਿੱਖ ਧਰਮ ਵੀ ਗਲੋਬਲ ਰਿਲੀਜਨ ਹੈ, ਇਹ ਹਰ ਜਗ੍ਹਾ। ਔਰ ਗੁਰੂ ਮਹਾਰਾਜ ਨੇ ਤਾਂ ਕਨਸੈਪਟ ਹੀ ਸਾਨੂੰ ਜਗਤ ਦਾ ਦਿੱਤਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਧਾਰ, ਜਿੱਤ ਦੁਆਰੇ ਉਭਰੇ ਤੇ ਲਏ ਉਭਾਰ। ਤੇ ਸਾਰਾ ਜਗਤ ਜਿਹੜਾ ਹੈਗਾ ਇਟ ਹੈਜ਼ ਬਿਕਮ ਏ ਗਲੋਬਲ ਪ੍ਰੋਬਲਮ। ਜਿਹੜਾ ਕਿਸਾਨ ਦਾ ਅੰਦੋਲਨ ਆ ਉਹ ਹੁਣ ਕਿਸਾਨ ਦਾ ਨਹੀਂ ਰਿਹਾ, ਉਹ ਆਵਾਮ ਦਾ ਅੰਦੋਲਨ ਬਣ ਗਿਆ। ਯੂਨੀਵਰਸਿਟੀਆਂ, ਕਾਲਜਾਂ 'ਚ ਪੜ੍ਹਨ ਵਾਲੇ ਬੱਚੇ, ਕੱਲ ਮੈਂ ਚੰਡੀਗੜ੍ਹ ਸੀ, ਉਹ ਚੌਂਕਾਂ ਤੇ ਖੜੇ ਨੇ ਝੰਡੇ ਲਾਈ, 70 ਸਾਲ ਦੀਆਂ ਮਾਤਾਵਾਂ ਚੌਂਕਾਂ ਵਿੱਚ ਬੈਠੀਆਂ ਨੇ। ਬੱਚਾ ਜਿਹੜਾ ਹੈਗਾ ਉਹ ਕਿਸਾਨ ਅੰਦੋਲਨ ਨਾਲ ਜੁੜ ਗਿਆ। ਭਾਵਨਾਤਮਕ ਤੌਰ ਤੇ ਵੀ ਜੁੜੇ ਹਾਂ ਅਸੀਂ, ਸੱਭਿਆਚਾਰਕ ਤੌਰ ਤੇ ਵੀ ਜੁੜੇ ਹਾਂ, ਔਰ ਆਪਣੀ ਧਰਤੀ, ਆਪਣੇ ਖੇਤਾਂ ਦੇ ਕਰਕੇ ਵੀ ਜੁੜੇ ਹਾਂ। ਇਸ ਵਾਸਤੇ ਇਹਦੇ ਜਿਹੜੇ ਆਉਣ ਵਾਲੇ ਸਮੇਂ ਦੇ, ਔਰ ਮੈਂ ਇੱਕ ਹੋਰ ਗੱਲ ਕਰਾਂ, ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੇ ਬਹੁਤ ਚਲਾਕੀਆਂ ਕੀਤੀਆਂ ਪਿਛਲੇ 6 ਮਹੀਨੇ, ਲੁਕਣ ਮੀਟੀ ਖੇਡੀ, ਕਦੇ ਮੋਦੀ ਦੀ ਬੁੱਕਲ 'ਚ, ਕਦੇ ਕਿਸੇ ਦੀ ਬੁੱਕਲ 'ਚ, ਉਹਨਾਂ ਨੂੰ ਵੀ ਮੈਂ ਫੋਰਵਾਰਨ ਕਰਨਾ ਚਾਹੁੰਦਾ। ਇਸ ਕਿਸਾਨ ਅੰਦੋਲਨ ਨੇ ਟੋਟਲ ਪੋਲਿਟਿਕਸ ਇਰਰੈਲੇਵੈਂਟ ਕਰਤਾ। ਸਾਰੀਆਂ ਪਾਰਟੀਆਂ ਇਰਰੈਲੇਵੈਂਟ ਹੋ ਗਈਆਂ।
ਇਹ ਕਿਸਾਨ ਅੰਦੋਲਨ ਦਾ ਅੰਤ ਕੀ ਹੁੰਦਾ ਹੈ? ਆਖਰ ਤਾਂ ਇਹਨਾਂ ਲੋਕਾਂ ਨੇ ਵਾਪਸ ਪਰਤਣਾ। ਜਦੋਂ ਪਿੰਡਾਂ ਦੇ ਬਾਹਰ ਲੋਕਾਂ ਨੇ ਲਿਖ ਕੇ ਲਾਤਾ ਕਿ ਕੋਈ ਸਿਆਸਤਦਾਨ ਸਾਡੇ ਪਿੰਡ 'ਚ ਨਹੀਂ ਵੜ ਸਕੇਗਾ, ਤੇ ਇਹ ਜਿਹੜੇ ਦਾਅਵੇ ਕਰਦੇ ਨੇ ਕਿ 2022 'ਚ ਅਸੀਂ ਮੁੱਖ ਮੰਤਰੀ ਬਣਨਾ, ਉਹਨਾਂ ਨੂੰ ਤਾਂ ਇਹ ਚਿੰਤਾ ਹੈ ਕਿ 2022 'ਚ ਮੁੱਖ ਮੰਤਰੀ ਬਣਨਾ। ਕਿਸੇ ਪਾਸੇ ਸੁਖਬੀਰ ਸਿੰਘ ਡੰਡ ਬੈਠਕਾਂ ਲਾ ਰਿਹਾ, ਕਿਸੇ ਪਾਸੇ ਅਮਰਿੰਦਰ ਸਿੰਘ ਡੰਡ ਬੈਠਕਾਂ ਲਾ ਰਿਹਾ। 2022 ਦੀ ਚਿੰਤਾ ਉਹਨਾਂ ਨੂੰ, ਕਿਸਾਨ ਦੀ ਕੋਈ ਚਿੰਤਾ ਨਹੀਂ ਹੈ। ਜਿਹੜਾ ਕਿਸਾਨ ਮਰ ਰਿਹਾ, ਇੰਨੇ ਬੰਦੇ ਉੱਥੇ ਸ਼ਹੀਦ ਹੋ ਗਏ ਨੇ। ਕਿਸੇ ਇੱਕ ਕਿਸਾਨ ਸ਼ਹੀਦ ਹੋਏ ਦੀ ਸਫੇ ਮਾਤਮ ਤੇ ਬੈਠਣ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਗਿਆ, ਨਾ ਉਹਨਾਂ ਦਾ ਕੋਈ ਵਜ਼ੀਰ ਗਿਆ ਹੈਗਾ। ਇਹ ਰਗੜ ਕੇ ਆਪਾਂ ਮਤਲਬ ਗੋਡੇ ਗਿੱਟੇ ਤੇ ਲਾਉਣ ਵਾਸਤੇ ਅਸੀਂ ਸਰਕਾਰਾਂ ਚੁਣ ਕੇ ਭੇਜਦੇ ਹਾਂ। ਜੇ ਸਾਡੇ ਦਰਦ ਦੀ ਸਾਂਝ ਹੀ ਕੋਈ ਨਹੀਂ ਹੈ ਉਹਨਾਂ ਨਾਲ, ਇਸ ਵਾਸਤੇ ਪੰਜਾਬ ਦਾ ਪੋਲਿਟਿਕਸ ਜਿਹੜਾ ਹੈਗਾ ਉਹ ਵੀ, ਉਹਦੇ 'ਚ ਵੀ ਬਹੁਤ ਵੱਡਾ ਇੱਕ ਖਲਾ ਆਏਗਾ, ਔਰ ਇਹ ਕੰਸੋਲੀਡੇਸ਼ਨ ਹੁਣ ਦੁਬਾਰਾ ਹੋ ਨਹੀਂ ਸਕਣੀ। ਇਸ ਵਾਸਤੇ ਅਸੀਂ ਇੱਕ ਵੱਡੀ ਉਥਲ ਪੁਥਲ, ਉਹਦੇ ਲਈ ਵੀ ਬਹੁਤ ਜ਼ਿੰਮੇਵਾਰੀ ਨਾਲ ਸਾਨੂੰ ਸੋਚਣਾ ਪਏਗਾ ਕਿ ਪੰਜਾਬ ਦਾ ਭਵਿੱਖ, ਪੰਜਾਬ ਦੀ ਗਵਰਨੈਂਸ ਜਿਹੜੀ ਇਸ ਵੇਲੇ ਜ਼ੀਰੋ ਗਵਰਨੈਂਸ ਹੈਗੀ ਹੈ, ਉਹਦਾ ਕੀ ਬਣੇਗਾ, ਪੰਜਾਬ ਦੇ ਨਿਜ਼ਾਮ ਦਾ ਕੀ ਬਣੇਗਾ, ਪ੍ਰਬੰਧ ਦਾ ਕੀ ਬਣੇਗਾ, ਖੇਤਾਂ ਦਾ, ਖੇਤੀ ਦਾ, ਕੋਆਪਰੇਟਿਵ ਮੂਵਮੈਂਟ ਦਾ ਕੀ ਬਣੇਗਾ। ਉਹਨਾਂ ਨੇ ਕਿਹਾ ਜੀ 1.5 ਸਾਲ ਅਸੀਂ ਨਿਲੰਬਤ ਦਿਸ਼ਾ 'ਚ ਰੱਖ ਦਿੰਦੇ ਹਾਂ, ਵੀ ਵਿਲ ਕੀਪ ਇਟ ਇਨ ਅਬੇਂਸ। ਪਰ ਜੇ ਸਟੈਚੂਟਸ ਤੇ ਉਹ ਰਹਿ ਗਏ ਤੇ ਉਹ ਸਾਡੇ ਲਈ ਤਾਂ ਨਸੂਰ ਹੈ। ਉਹ ਜੇ ਕੈਂਸਰ ਤੁਹਾਡੀ ਬਾਡੀ 'ਚ ਹੈ ਤੇ ਉਹਨੇ ਤਾਂ ਤੁਹਾਨੂੰ ਇੱਕ ਦਿਨ ਖਾਣਾ ਹੀ ਖਾਣਾ। ਇਟ ਇਜ਼, ਇਹ ਜਿਹੜੇ 3 ਲਾਅ ਨੇ, ਇਟ ਇਜ਼ ਲਾਈਕ ਅ ਕੈਂਸਰ, ਇਟ ਇਜ਼ ਲਾਈਕ ਅ ਟਿਊਮਰ ਇਨ ਦਾ ਬਾਡੀ ਆਫ ਦੀ ਫਾਰਮਰਸ। ਅਸੀਂ ਇਹਨੂੰ ਕਿਵੇਂ ਟੋਲਰੇਟ ਕਰ ਲਾਂਗੇ? ਇਟ ਹੈਜ਼ ਟੂ ਬੀ ਡਿਸਟਰੋਇਡ। A cancerous tumor has to be destroyed. This piece of legislation is a cancerous tumor for the farmers, for the kisans, or for the agriculture sector. Therefore, ਸਾਨੂੰ ਇਹ ਲੜਾਈ ਜਿਹੜੀ ਹੈਗੀ ਆ ਉਹ ਲੰਮੀ ਹੋ ਸਕਦੀ ਹੈ, ਹੋਰ ਲੰਮੀ ਹੋ ਸਕਦੀ ਹੈ। ਜਿਸ ਤਰ੍ਹਾਂ ਦਾ ਵਤੀਰਾ ਹੈਗਾ ਸਰਕਾਰ ਦਾ, ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣਾ ਯੋਗਦਾਨ ਜਿਹੜਾ ਹੈਗਾ ਉਹ ਪਾਉਣਾ ਚਾਹੀਦਾ ਹੈ। ਸਾਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਨੇ ਬੜਾ ਕੁਝ ਸਾਨੂੰ ਸਿਖਾ ਦਿੱਤਾ ਹੈਗਾ। ਜੰਗਾਂ ਕਿਵੇਂ ਲੜਨੀਆਂ, ਸਬਰ ਕਿਵੇਂ ਅਜਮਾਉਣੇ ਨੇ, ਉਹ ਸਭ ਕੁਝ ਸਾਨੂੰ ਪਤਾ ਹੈ। ਔਰ ਮੋਦੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਜਾਂ ਕੁਝ ਹੋਰ ਗੰਦੀਆਂ ਗੱਲਾਂ ਕਹਿ ਕੇ ਉਹਨਾਂ ਨੂੰ ਗਾਲੀ ਗਲੋਚ ਕਰ ਰਹੇ ਹੋ, ਇਹ ਲੋਕ ਆਪਣੀ ਅਰਦਾਸ ਦਾ ਵਿਰਦ ਕਮਾਉਣ ਵਾਲੇ ਨੇ, ਇਹ ਬੰਦ ਕਟਵਾਉਣ ਵਾਲੇ ਨੇ, ਇਹ ਖੋਪਰੀਆਂ ਲਾਉਣ ਵਾਲੇ ਨੇ, ਇਹ ਆਰਿਆਂ ਨਾਲ ਚੀਰੇ ਜਾਣ ਵਾਲੇ ਨੇ, ਇਹ ਚਰਖੜੀਆਂ ਤੇ ਚੜਨ ਵਾਲੇ ਨੇ। ਇਹ ਜਿਹੜੀਆਂ ਬੀਬੀਆਂ ਸਾਡੀਆਂ ਬੈਠੀਆਂ ਨੇ, ਇਹ ਉਹਨਾਂ ਮਾਈਆਂ ਦੀ ਵਿਰਾਸਤ ਸਾਂਭੀ ਬੈਠੀਆਂ ਜਿਨ੍ਹਾਂ ਨੇ ਆਪਣੇ ਬੱਚੇ ਕਟਵਾ ਕੇ ਚੋਲੀਆਂ ਵਿੱਚ ਪਵਾਏ ਨੇ। ਸਿਰੜ ਨਹੀਂ ਹਾਰੇ, ਸਿਦਕ ਨਹੀਂ ਹਾਰੇ। ਸਿਦਕਵਾਨ ਲੋਕਾਂ ਦੇ ਨਾਲ ਤੁਸੀਂ ਉਹਨਾਂ ਨਾਲ ਪੰਗਾ ਲੈ ਰਹੇ ਹੋ, ਇਹਦਾ ਅੰਤ ਬਹੁਤ ਮਾੜਾ ਹੋਏਗਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਕੋਈ ਸ਼ਬਦ ਕੁਥਾਂ ਆਖਿਆ ਗਿਆ ਹੋਵੇ ਜਾਂ ਕੋਈ ਆਊਟ ਆਫ ਦੀ ਪਲੇਸ ਜਾਂ ਇਰਰੈਲੇਵੈਂਟ ਸ਼ਬਦ ਮੇਰੇ ਮੂੰਹ ਨਿਕਲ ਗਿਆ ਹੋਵੇ, ਉਸ ਦੀ ਮੈਂ ਮੁਆਫੀ ਚਾਹਾਂਗਾ। ਫਿਰ ਕਦੇ ਮੌਕਾ ਮਿਲਿਆ ਹੋਰ ਵਿਸਥਾਰ ਨੂੰ ਅੱਗੇ ਤੋਰਾਂਗੇ। ਹੋਰ ਬਹੁਤ ਕੁਝ ਇਹਨਾਂ ਕਾਨੂੰਨਾਂ ਬਾਰੇ, ਇਸ ਦੇ ਪਿੱਛੇ ਜੋ ਪਾਪ ਪਨਪ ਰਿਹਾ, this is ill conceived piece of legislation। ਇਹ ਇੱਕ ਗੰਦਾ ਆਂਡਾ ਹੈ। ਇਹਨੂੰ ਜੇ ਤੁਸੀਂ ਖਾਓਗੇ ਤਾਂ ਤੁਹਾਡਾ ਹਾਜ਼ਮਾ ਬਰਬਾਦ ਹੋ ਜਾਏਗਾ। Ill conceived egg has to be thrown into the dustbin. So these 3 laws, their only place is dustbin. It has to be thrown into dustbin. We cannot accept these laws because it is an ill-conceived act. ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰ, ਜੇ ਤੁਹਾਡੀ ਇਜਾਜ਼ਤ ਹੋਵੇ, ਸਾਡੇ ਕੋਲ ਕੁਝ ਸਵਾਲ ਨੇ WhatsApp ਤੇ ਆਏ ਨੇ, ਜੇ ਅਸੀਂ ਉਹ ਪੁੱਟ ਕਰ ਸਕਦੇ ਹਾਂ ਜੀ। ਵਾਈ ਨਾਟ ਜੀ ਸਰ, ਇਹ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਮੂਵਮੈਂਟ ਬਣ ਚੁੱਕੀ ਹੈ, ਹੁਣ ਤਾਂ ਲਹਿਰ ਦਾ ਰੂਪ ਲੈ ਚੁੱਕੀ ਹੈ, ਜਿੱਥੇ ਪੰਜਾਬ ਹੀ ਨਹੀਂ, ਹਰਿਆਣਾ ਹੀ ਨਹੀਂ, ਹੋਰ ਸਾਊਥ ਦੀਆਂ ਸਟੇਟਸ ਵੀ ਇਹਦੇ ਨਾਲ ਜੁੜ ਚੁੱਕੇ ਨੇ। ਤੇ ਕਿਤੇ ਨਾ ਕਿਤੇ ਸਰਕਾਰ ਜਿਹੜੀ ਉਹ ਘਬਰਾਈ ਵੀ ਲੱਗਦੀ ਹੈ, ਕਿਤੇ ਨਾ ਕਿਤੇ ਇਹਦਾ ਅਸਰ ਵੀ ਅਸੀਂ ਦੇਖ ਸਕਦੇ ਹਾਂ। ਸਰ, ਸ਼ੁਰੂਆਤ ਕਰਦੇ ਹਾਂ ਜਿਵੇਂ ਪੰਜਾਬ ਸਰਕਾਰ ਦੀ ਵੀ ਆਪਾਂ ਗੱਲ ਕੀਤੀ ਹੈ, ਪੰਜਾਬ ਵਿਧਾਨ ਸਭਾ ਨਾਲ ਤੁਸੀਂ ਬਹੁਤ ਚਿਰ ਜੁੜੇ ਰਹੇ ਹੋ।
ਸਰ ਮੇਰਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਇੱਕ ਰੈਜ਼ੋਲੂਸ਼ਨ ਪਾਸ ਕਰ ਦਿੱਤਾ, ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਜਾਂ ਸਾਡੇ ਇਹ ਪੰਜਾਬ ਜਿਹੜੀ ਵਿਧਾਨ ਸਭਾ ਉਹਦੇ ਵਿੱਚ ਹੋਰ ਕੀ ਜਿਹੜੇ ਸਟੈਪ ਸੀ ਲਏ ਜਾ ਸਕਦੇ ਸੀ ਜਾਂ ਲਏ ਨਹੀਂ ਗਏ, ਜਾਂ ਪੰਜਾਬ ਵੱਲੋਂ ਕੀ ਪੰਜਾਬ ਸਰਕਾਰ ਹੋਰ ਕੀ ਕਰ ਸਕਦੀ ਸੀ ਇਸ ਵਿੱਚ? ਦੇਖੋ, ਮੈਂ ਸਮਝਦਾ ਭਈ ਉਹ ਜਿਹੜਾ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ, ਮੈਂ ਉਦੋਂ ਵੀ ਇਹ ਕਿਹਾ ਸੀ ਕਿ ਵਿਧਾਨ ਸਭਾ, ਕਿਸੇ ਵੀ ਸੂਬੇ ਦੀ ਵਿਧਾਨ ਸਭਾ ਕੋਲ ਕੋਈ ਓਵਰਰਾਈਡਿੰਗ ਪਾਵਰਸ ਨਹੀਂ ਹਨ ਕਿ ਜਿਹੜੇ ਪਾਰਲੀਮੈਂਟਰੀ ਕਾਨੂੰਨ ਹੈਗੇ ਨੇ ਉਹਨਾਂ ਨੂੰ ਅਸੀਂ ਰੱਦ ਕਰ ਸਕੀਏ। ਹਾਂ, ਇਹਦੇ ਨਾਲ ਇੱਕ ਓਪੀਨੀਅਨ ਜ਼ਰੂਰ ਬਣਦਾ ਹੈ। ਇਸ ਤੋਂ ਇਲਾਵਾ ਮੈਂ ਸਮਝਦਾ ਜੋ ਹੋਣਾ ਚਾਹੀਦਾ ਸੀ, ਜੋ ਹੁਣ ਤੱਕ ਨਹੀਂ ਹੋਇਆ, ਹੁਣ ਤੱਕ Chief Minister of Punjab has not met the Prime Minister. He has not sought an appointment to discuss these law. ਇਹ ਸਾਰਾ ਕੁਝ ਉਹਨਾਂ ਨੂੰ ਕਰਨਾ ਚਾਹੀਦਾ ਸੀ, ਕਹਿਣਾ ਚਾਹੀਦਾ ਸੀ, ਟਾਈਮ ਮੰਗਣਾ ਚਾਹੀਦਾ ਸੀ, ਉਹਦੇ ਬੂਹੇ ਤੱਕ ਪਹੁੰਚਣਾ ਚਾਹੀਦਾ ਸੀ। ਜੇ ਉਹ ਨਾ ਮਿਲਦਾ ਤਾਂ ਲੋਕਾਂ 'ਚ ਗੱਲ ਤੇ ਜਾਂਦੀ ਨਾ ਕਿ ਪ੍ਰਾਈਮ ਮਿਨਿਸਟਰ ਨੇ ਟਾਈਮ ਹੀ ਨਹੀਂ ਦਿੱਤਾ ਪੰਜਾਬ ਦੇ ਮੁੱਖ ਮੰਤਰੀ। ਦੂਸਰੀ ਗੱਲ, ਹੁਣ ਦੇਖੋ ਨਾ, ਇਹ ਸਾਰਾ ਸਿਸਟਮ ਜਦੋਂ ਇਰਰੈਲੇਵੈਂਟ ਹੁੰਦਾ ਹੈ ਤੇ ਫਿਰ ਲੋਕਾਂ 'ਚ ਬਗਾਵਤ ਪੈਦਾ ਹੁੰਦੀ ਹੈ। ਜਿਹੜਾ ਰੈਜ਼ੋਲੂਸ਼ਨ ਪੰਜਾਬ ਅਸੈਂਬਲੀ ਨੇ ਪਾਸ ਕੀਤਾ, ਉਹਨਾਂ ਨੇ ਗਵਰਨਰ ਨੂੰ ਦੇ ਦਿੱਤਾ। ਹੁਣ ਗਵਰਨਰ ਨੇ ਉਹ ਰੈਜ਼ੋਲੂਸ਼ਨ ਆਪਦੇ ਕੋਲ ਹੀ ਰੱਖ ਲਿਆ, ਭੇਜਿਆ ਹੀ ਨਹੀਂ ਹੈ। ਫਿਰ ਤੁਸੀਂ ਕੀ ਕਰੋਗੇ? ਮਤਲਬ ਜੇ ਕਾਨੂੰਨ ਜਿਹੜੇ ਨੇ, ਗਵਰਨਰ ਨੇ ਕਿਉਂ ਨਹੀਂ ਉਹਨੂੰ ਫਾਰਵਰਡ ਕਰਕੇ ਭੇਜਿਆ? ਹੀ ਸ਼ੁੱਡ ਹੈਵ ਸੈਂਟ ਇਟ ਟੂ, ਘੱਟੋ ਘੱਟ ਆਪਣੀ ਐਂਡੋਰਸਮੈਂਟ ਲਾ ਕੇ ਉਹ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦਾ, ਹੋਮ ਮਿਨਿਸਟਰੀ ਨੂੰ ਭੇਜ ਦਿੰਦਾ, ਰਾਸ਼ਟਰਪਤੀ ਨੂੰ ਭੇਜ ਦਿੰਦਾ, ਪਰ ਨਹੀਂ ਭੇਜਿਆ। ਇਸ ਕਰਕੇ ਮੈਂ ਸਮਝਦਾ ਕਿ ਜੇ ਜਿਹੜਾ ਸਿਸਟਮ, ਜਿਹੜਾ ਮੈਂ ਪਹਿਲਾਂ ਕਿਹਾ ਨਾ ਕਿ ਜਿਹੜਾ ਮੈਜੋਰਿਟੇਰੀਅਨ ਡੈਮੋਕ੍ਰੇਸੀ, ਉਹਦੇ 'ਚ ਨਾ ਵਿਧਾਨ ਸਭਾਵਾਂ ਦਾ ਰੋਲ ਰਿਹਾ, ਨਾ ਕਾਨੂੰਨ ਦਾ ਰੋਲ ਰਿਹਾ। ਸਿਰਫ ਇਹ ਆ ਵੀ ਉਹਨਾਂ ਦੀ ਬਹੁਤ ਸੰਮਤੀ ਹੈ, ਮਤਲਬ ਮਾਈ ਵੇ ਇਜ਼ ਦੀ ਹਾਈਵੇ। ਇਸ ਕਿਸਮ ਦੀ ਗੱਲਬਾਤ ਜਿਹੜੀ ਹੈ ਹੁਣ ਤੱਕ ਹੋ ਰਹੀ ਹੈ। ਤੇ ਮੈਂ ਸਮਝਦਾ ਕਿ ਜੋ ਯਤਨ ਹੋਣੇ ਚਾਹੀਦੇ ਸੀ, ਠੀਕ ਆ, ਕੁਝ ਮੈਂਬਰਸ ਆਫ ਪਾਰਲੀਮੈਂਟ ਉੱਥੇ ਧਰਨੇ ਤੇ ਬੈਠੇ ਨੇ, ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਸਾਰੇ ਕਿਉਂ ਨਹੀਂ ਗਏ? ਸਾਰੇ ਪੰਜਾਬ ਦੇ ਐਮਐਲਏ ਉੱਥੇ ਕਿਉਂ ਨਹੀਂ ਗਏ? ਇੱਥੇ ਕੀ ਕਰਦੇ ਨੇ? ਕਿਤੇ ਨਾ ਕਿਤੇ ਮਤਲਬ ਜਾਂ ਤਾਂ ਚੀਫ ਮਿਨਿਸਟਰ ਦੀ ਕਮਾਂਡ ਨਹੀਂ ਮੰਨਦੇ, ਜਾਂ ਫਿਰ ਕਾਂਗਰਸ ਦੀ ਕਮਾਂਡ ਨਹੀਂ ਮੰਨਦੇ, ਜਾਂ ਕਾਂਗਰਸ ਬੇਈਮਾਨੀ ਕਰ ਰਹੀ ਹੈ। ਇਸ ਵਾਸਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹ ਪੂਰੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੂੰ ਭੁਗਤਣਾ ਚਾਹੀਦਾ ਸੀ ਕਿਸਾਨ ਦੇ ਹੱਕਾਂ 'ਚ, ਉਹ ਦੋਨੇ ਪਾਸੇ ਨਾਲ ਕਾਰਪੋਰੇਟ, ਕਿਉਂਕਿ ਉਹਨਾਂ ਨਾਲ ਇਹਨਾਂ ਦੀ ਭਾਈਵਾਲਤਾ ਹੈ। ਹੁਣ ਦੇਖੋ ਨਾ, ਪੰਜਾਬ 'ਚ ਸਾਈਲੋ ਬਣੇ ਨੇ, ਇਹ ਸਾਰੇ ਸਾਈਲੋ ਅਡਾਨੀਆਂ ਦੇ ਨੇ। ਇਹ 7 ਸਾਲ ਤੋਂ 8-10 ਸਾਲ ਤੋਂ ਪੰਜਾਬ 'ਚ ਉਸਰ ਰਹੇ ਨੇ। ਕਿਹਦੇ ਰਾਹੀਂ? ਫੂਡ ਸਪਲਾਈ ਡਿਪਾਰਟਮੈਂਟ ਦੇ ਰਾਹੀਂ ਸਮਝੌਤੇ ਹੋਏ। ਬਾਦਲ ਸਾਹਿਬ ਦਾ ਦਮਾਦ ਜਿਹੜਾ ਸੀ ਉਹ ਫੂਡ ਸਪਲਾਈ ਮਿਨਿਸਟਰ ਸੀ। ਉਹ ਇਹਨਾਂ ਸਾਈਲੋਜ਼ 'ਚ ਇਹਨਾਂ ਦੇ ਹਿੱਸੇ ਵੀ ਹੈਗੇ ਨੇ। ਫਿਰ ਜਿਹੜਾ ਮੋਗੇ ਸਭ ਤੋਂ ਵੱਡੇ ਸਾਈਲੋਜ਼ ਨੇ, ਉਹਨਾਂ ਲਈ ਕਦੇ ਸੁਣਿਆ ਤੁਸੀਂ ਕਿ ਡੈਡੀਕੇਟਡ ਰੇਲਵੇ ਲਾਈਨ ਲੁਧਿਆਣੇ ਤੋਂ ਮੋਗੇ ਦੇ ਸਾਈਲੋਜ਼ ਤੱਕ ਜਾ ਰਹੀ ਹੈ? ਅਮਰਿੰਦਰ ਸਿੰਘ ਦੇ ਟਾਈਮ 'ਚ ਨਿਕਲੀ ਹੈ, ਉਹਦੀ ਜ਼ਮੀਨ ਅਕਵਾਇਰ ਹੋਈ ਹੋਊ, ਉਹਦੀਆਂ ਪੇਮੈਂਟਸ ਹੋਈਆਂ ਹੋਣਗੀਆਂ। ਇਹਨਾਂ ਨੇ ਆਪ ਤਾਂ ਸਾਰਾ ਕੁਝ ਫੈਸਿਲੀਟੇਟ ਕੀਤਾ। ਇਸ ਕਰਕੇ ਦੋਨੇ ਪਾਸੇ ਰੱਖਣਾ ਚਾਹੁੰਦੇ ਨੇ, ਉਹਨਾਂ ਨਾਲ ਵੀ, ਇਹਨਾਂ ਨਾਲ ਵੀ, ਅਡਾਨੀਆਂ ਨਾਲ ਵੀ ਮੀਟਿੰਗ ਕਰੇ ਆਉਂਦੇ ਨੇ, ਅੰਬਾਨੀਆਂ ਨਾਲ ਵੀ ਮੀਟਿੰਗ ਕਰੇ ਆਉਂਦੇ ਨੇ। ਜਿੰਨੇ ਉਹਨਾਂ ਦੇ ਵੱਡੇ ਵੱਡੇ ਇੱਥੇ ਪ੍ਰੋਜੈਕਟ ਨੇ, ਜਿਹੜੀਆਂ ਬਿਲਡਿੰਗਾਂ ਨੇ ਅੰਬਾਨੀਆਂ ਕੋਲ ਕਿਰਾਏ ਤੇ, ਉਹ ਤਾਂ ਮਜੀਠੀਏ ਹੋਰਾਂ ਦੀਆਂ ਤੇ ਸੁਖਬੀਰ ਸਿੰਘ ਬਾਦਲ ਦੀਆਂ ਨੇ। 100 ਕਰੋੜ ਰੁਪਇਆ ਉਹਨਾਂ ਤੋਂ ਕਿਰਾਇਆ ਲੈ ਰਹੇ ਨੇ। ਸੋ ਇਸ ਵਾਸਤੇ ਇਹ ਸਾਰਾ ਕੁਝ ਮਿਲੀ ਭੁਗਤ ਨਾਲ ਹੋ ਰਿਹਾ। ਤਾਂ ਮੈਂ ਕਹਿ ਰਿਹਾ, ਮੈਂ ਚਾਹੁੰਦਾ ਨਹੀਂ ਵੀ ਇਹਦੇ ਤੇ ਕੋਈ ਰਾਜਨੀਤੀ ਦੀ ਗੱਲ ਕੀਤੀ ਜਾਏ। ਇਟਸ ਏ ਐਕੈਡੈਮਿਕ ਐਕਸਰਸਾਈਜ਼। ਬਟ ਉਹ ਕਹਿੰਦੇ ਨੇ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਨੇ, ਪਰਤਣ ਨਾ ਪਤਣਾ ਤੇ ਇਹ ਦਾਨੇ ਕਹਿ ਗਏ ਨੇ, ਤਕਦੀਰ ਬਣਾਵਾਂ ਮੈਂ ਕਿਵੇਂ ਤਦਬੀਰ ਜੂ ਲੈ ਗਈ ਏ, ਗੱਲਾਂ ਚਿੜੀਆਂ ਨੇ ਤੇ ਗੱਲ ਕਹਿਣੀ ਪੈ ਗਈ ਏ। ਅਦਰਵਾਈਜ਼ ਮੇਰਾ ਕੋਈ ਮਨਸ਼ਾ ਨਹੀਂ ਸੀ ਕਿ ਮੈਂ ਕਿਸੇ ਇੰਡੀਵਿਜੂਅਲ ਨੂੰ ਇਸ ਵੈਬੀਨਾਰ ਦੇ ਵਿਸ਼ੇ ਤੋਂ ਹਟ ਕੇ ਡਿਸਕਸ ਕਰਾਂ। ਜੀ ਸਰ, ਇੱਕ ਸਵਾਲ ਹੋਰ ਹੈ ਕਿ ਕਹਿੰਦੇ ਕਿ ਜਿੱਦਾਂ ਸਸਪੈਂਸ਼ਨ ਦੀ ਗੱਲ ਚੱਲ ਰਹੀ ਹੈ, ਪਿਛਲੀ ਮੀਟਿੰਗ ਦੇ ਵਿੱਚ ਸਰਕਾਰ ਨੇ ਕਿਹਾ ਕਿ 1 ਸਾਲ ਲਈ ਜਾਂ 1.5 ਸਾਲ ਲਈ ਸਸਪੈਂਡ ਕਰ ਸਕਦੇ ਆ,
ਤੇ ਸਾਡੇ ਕੋਲ ਇੱਕ ਸਵਾਲ ਹੈ ਕਿ ਸਸਪੈਂਸ਼ਨ ਨੂੰ ਕੀ ਦੇਖਦੇ ਹੋ, ਕੀ ਡਾਇਮੈਂਸ਼ਨ ਹੋ ਸਕਦੀ ਹੈ ਜੇ ਇਨ ਫਿਊਚਰ ਸਸਪੈਂਸ਼ਨ ਦੇ ਪਾਸੇ ਜਾਇਆ ਜਾਂਦਾ ਤਾਂ? ਦੇਖੋ, ਇਹਦੇ 'ਚ ਇਹ ਹੈਗਾ ਕਿ ਉਹਨਾਂ ਨੇ ਜੇ ਕਿਹਾ ਵੀ ਜੀ ਇਨ ਅਬੇਂਸ ਰੱਖ ਦਿੰਦੇ ਆ, ਪਹਿਲੀ ਤਾਂ ਗੱਲ ਹੈ ਵੀ ਉਹ ਸਟੈਚੂਟਸ ਤੇ ਤਾਂ ਰਹਿ ਗਏ, ਉਹ ਤਾਂ ਹਲੇ ਵੀ ਇਨ ਅਬੇਂਸ 'ਚ ਹੀ ਨੇ ਜਦ ਕਿਸਾਨ ਲਾਗੂ ਹੀ ਨਹੀਂ ਹੋਣ ਦੇ ਰਿਹਾ। ਇਟ ਜੀ ਇਜ਼ ਐਜ਼ ਗੁੱਡ ਐਜ਼ ਇਨ ਅਬੇਂਸ, ਜਦੋਂ ਅਸੀਂ ਮੰਨ ਹੀ ਨਹੀਂ ਰਹੇ ਹਲੇ। ਸਰਕਾਰ ਵੀ ਕਹਿ ਰਹੀ ਹੈ ਵੀ ਅਸੀਂ ਇਹ ਲਾਗੂ ਨਹੀਂ ਕਰਨੇ, ਲੇਕਿਨ ਜਦ ਤੱਕ ਉਹ ਸਟੈਚੂਟਸ ਤੇ ਨੇ, ਜਿਵੇਂ ਮੈਂ ਪਹਿਲਾਂ ਕਿਹਾ ਨਾ, ਇਹ ਨਸੂਰ ਹੈ ਜਿਹੜਾ ਸਾਡੀ ਬਾਡੀ ਦੇ ਅੰਦਰ ਹੈ, ਸਮਝ ਗਏ ਨਾ। ਜਦ ਤੱਕ ਅਸੀਂ ਉਹਨੂੰ ਡਿਸਟਰੋਏ ਨਹੀਂ ਕਰ ਦਿੰਦੇ, ਤੇ ਗੱਲ ਇਹ ਹੈ, ਮੈਂ ਤੁਹਾਨੂੰ ਹੋਰ ਇੱਕ ਨਵੀਂ ਗੱਲ ਦੱਸਣੀ ਚਾਹੁੰਦਾ। ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 1600 ਤੋਂ ਵੱਧ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਨੇ। 1600 ਤੋਂ ਵੱਧ ਸੈਂਟਰਲ ਐਕਟ ਜਿਹੜੇ ਸਟੈਚੂਟਸ ਤੇ ਪਏ ਸੀਗੇ। ਜੇ ਤੁਸੀਂ 2000 ਕਾਨੂੰਨ ਹੋਰ ਆਇਡੈਂਟੀਫਾਈ ਕੀਤੇ ਨੇ ਜਿਹੜੇ ਰੱਦ ਕਰਨੇ ਨੇ। ਜੇ ਤੁਸੀਂ 1600 ਕਾਨੂੰਨ ਰਿਪੀਲ ਕਰ ਸਕਦੇ ਹੋ ਤਾਂ 3 ਰਿਪੀਲ ਕਰਨ ਚ ਕੀ, ਜੇ ਤੁਹਾਡੀ ਮਨਸ਼ਾ ਸਾਫ਼ ਹੈ ਫਿਰ ਤੁਸੀਂ ਰਿਪੀਲ ਕਰ ਦਿਓ। ਤੇ ਚਲੋ ਇਹ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਜੀ 1.5 ਸਾਲ ਲਈ ਅਸੀਂ ਇਹਨੂੰ ਸਸਪੈਂਸ਼ਨ ਚ ਰੱਖ ਦਿੰਨੇ ਆ। ਵੇਅਰ ਇਜ਼ ਦੀ MSP? ਉਹਦੇ ਤੇ ਕੁਝ ਕਿਹਾ ਹੀ ਨਹੀਂ ਜੀ। ਮਤਲਬ ਕਿਹੜੀ ਗੱਲ ਜਿਹੜੀ ਹੈ ਕਿਸਾਨ ਜਿਹੜੇ ਨੇ ਉਹ ਉਹਨਾਂ ਦੇ ਸਾਹਮਣੇ ਰੱਖਣ, ਕਿਉਂਕਿ ਉਹ ਮਚਲੇ ਨੇ ਔਰ ਬੇਈਮਾਨ ਨੇ। ਕੱਤ ਥੱਕ ਗਏ ਸ਼ਿਕਾਇਤਾਂ ਦੀਆਂ ਪੂਣੀਆਂ, ਹੁਣ ਤਾਂ ਚਰਖੇ ਦੀ ਟੁੱਟ ਗਈ ਮਾਲਵੇ, ਅਸੀਂ ਹੋਏ ਹਾਂ ਹਾਲੋਂ ਬੇਹਾਲਵੇ। ਹਲੇ ਇਹ ਗੱਲ ਚੱਲ ਹੀ ਰਹੀ ਸੀ ਕਿ NIA ਦੇ ਨੋਟਿਸ ਆਉਣੇ ਸ਼ੁਰੂ ਹੋ ਗਏ ਹੈ ਜੀ। ਹੁਣ NIA ਨੂੰ ਐਕਟਿਵ ਕਰਤਾ ਕਿ ਜੀ ਇਹ ਤਾਂ ਜੀ ਦੇਸ਼ ਧਰੋਹੀ ਨੇ, ਕਿਸੇ ਨੂੰ ਜੋੜਤਾ। ਇੱਕ ਗੁੰਗੀ FIR ਹੈ, ਉਹ ਜਿਹੜੀ 2020 ਰੈਫਰੈਂਡਮ ਵਾਲਿਆਂ ਦੇ ਖਿਲਾਫ ਇੱਕ ਦਿੱਲੀ ਦਰਜ ਕੀਤੀ ਹੈ। ਹੁਣ ਉਹਦੇ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਨੋਟਿਸ ਦੇ ਲਓ ਕਿ ਜੀ ਉਸ FIR ਦੀ ਫਰਦਰ ਤਹਿਕੀਕਾਤ ਕਰਨੀ ਹੈ, ਨੋਟਿਸ ਦੇ ਕੇ ਬੰਦਿਆਂ ਨੂੰ ਤੁਸੀਂ ਖੱਜਲ ਖੁਆਰ ਕਰੋ। ਆਹ ਜਿਹੜੇ ਟੈਲੀਫੋਨ ਨੇ ਜਿਹੜੇ ਹੁਣ ਕਿਸਾਨਾਂ ਨੂੰ ਆਏ ਨੇ, ਉਹ 9 ਨੰਬਰ ਕਾਲਸ ਆ ਰਹੀਆਂ ਨੇ। ਮੈਂ ਇਹ ਦੱਸਣਾ ਚਾਹੁੰਦਾ, ਮੇਰੇ ਨੰਬਰ ਤੇ ਵੀ 9 ਨੰਬਰ ਕਾਲਸ ਆਈਆਂ ਨੇ। ਉਹ ਤਾਂ ਕੁਦਰਤੀ ਮੈਂ 2 ਕਾਲਾਂ ਸੁਣ ਨਹੀਂ ਸਕਿਆ, ਨਹੀਂ ਤਾਂ ਮੈਨੂੰ ਵੀ ਉਹੀ ਥ੍ਰੈਟ ਆਉਣੀ ਸੀ ਜਿਹੜੀ ਥ੍ਰੈਟ ਉਹਨਾਂ ਨੂੰ ਆਈ ਹੈ। ਉਹ ਕੁਦਰਤੀ ਮੈਂ ਉਸ ਵੇਲੇ ਟੈਲੀਫੋਨ ਦੇ ਕੋਲ ਨਹੀਂ ਸੀ ਜਦੋਂ ਮੈਂ ਦੇਖਿਆ ਦੇਰ ਵਰ 2 9 ਨੰਬਰ ਕਾਲਸ। ਜਦੋਂ ਤੁਸੀਂ 9 ਨੰਬਰ ਕਾਲ ਨੂੰ ਕਾਲ ਕਰਦੇ ਹੋ ਉਹ ਫਿਰ ਕਿਤੇ ਜਾਂਦੀ ਨਹੀਂ ਹੈ। ਤੋ ਇਹ ਹਰ ਬੰਦੇ ਨੂੰ ਖੱਜਲ ਖੁਆਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ, ਇਕਮੁੱਠ ਰਹਿਣਾ ਚਾਹੀਦਾ। ਜਦ ਤੱਕ ਜਾਨ 'ਚ ਜਾਨ ਹੈ, ਰਖੂਨ ਜਿਹੜਾ ਹੈਗਾ ਉਹ ਰਗਾਂ 'ਚ ਦੌਰਾ ਕਰਦਾ, ਤਦ ਤੱਕ ਅਸੀਂ ਆਪਣੇ ਹਿੱਤਾਂ ਲਈ, ਆਪਣੀ ਆਇਡੈਂਟੀਟੀ ਲਈ, ਆਪਣੇ ਪੰਜਾਬ ਲਈ, ਆਪਣੀ ਮਿੱਟੀ ਲਈ ਉਹਦੇ ਲਈ ਲੜਾਂਗੇ। ਔਰ ਜਿੱਥੇ ਵੀ ਕਿਤੇ ਪੰਜਾਬੀ ਬੈਠਾ ਹੈਗਾ ਜਾਂ ਸਿੱਖ ਬੈਠਾ ਹੈਗਾ, ਉਹਦਾ ਦਿਲ ਜਿਹੜਾ ਹੈਗਾ ਉਹ ਇਸ ਮਿੱਟੀ ਦੇ ਨਾਲ ਹੀ ਧੜਕਦਾ ਹੈ। ਉਹਦੀ ਕਮਿਟਮੈਂਟ, ਉਹਦੀ ਵਚਨਬੱਧਤਾ ਆਪਣੀ ਪਿਤਰੀ ਭੂਮੀ ਨਾਲ ਹੈ, ਆਪਣੇ ਖੇਤਾਂ ਨਾਲ, ਆਪਣੀ ਖੇਤੀ ਨਾਲ ਹੈ, ਇੱਥੋਂ ਦੇ ਕਿਸਾਨ ਦੇ ਨਾਲ। ਥੈਂਕ ਯੂ। ਇੱਕ ਸਵਾਲ ਸਰ ਹੋਰ ਹੈ, ਕਾਫੀ ਤੁਹਾਡਾ ਟਾਈਮ ਲੈ ਲਿਆ, ਕੀਮਤੀ ਟਾਈਮ ਕਾਫੀ ਜ਼ਿਆਦਾ ਯੂ ਹੋ ਆਰ ਗਿਆ। ਵੈਲਕਮ, ਐਨੀ ਨੰਬਰ ਆਫ ਕੁਐਸਚਨਸ ਜੀ ਸਰ, ਇੱਕ ਸਵਾਲ ਹੋਰ ਹੈ। ਜਿਵੇਂ ਅਸੀਂ ਵੇਖਦੇ ਹਾਂ ਕਿ ਪਹਿਲੀ ਮੀਟਿੰਗ ਹੋਈ, ਫਿਰ ਦੂਜੀ, ਤੀਜੀ ਤੇ 11ਵੀਂ ਮੀਟਿੰਗ ਤੋਂ ਬੜੀਆਂ ਉਮੀਦਾਂ ਸੀ ਕਿਤੇ ਨਾ ਕਿਤੇ, ਤੇ ਹੁਣ 11ਵੀਂ ਮੀਟਿੰਗ ਦੇ ਵਿੱਚ ਜਿਵੇਂ ਅਸੀਂ ਵੇਖਦੇ ਹਾਂ ਕਿ ਡੈਡਲੌਕ ਜਿਹੜਾ ਆ ਉਹ ਬਣ ਗਿਆ। ਸੋ ਇਹਦਾ ਫਿਊਚਰ ਕੀ ਹੋ ਸਕਦਾ ਹੈ? ਡੈਡਲੌਕ ਕਿਵੇਂ ਟੁੱਟੇਗਾ? ਕਿ 26 ਜਨਵਰੀ, ਜਿਵੇਂ ਤੁਸੀਂ ਦੱਸਿਆ ਹੀ ਹੈ ਵੈਸੇ ਕਿ 26 ਜਨਵਰੀ ਬੜਾ ਇੱਕ ਵੱਡਾ ਪਰਚਾ ਹੈ, ਸੋ ਇਹ ਡੈਡਲੌਕ ਨੂੰ ਕਿਵੇਂ ਵੇਖਦੇ ਹੋ ਕਿ ਕਿਵੇਂ ਗੱਲ ਬਣ ਸਕਦੀ ਹੈ? ਦੇਖੋ, ਗੱਲ ਇਹ ਆ, ਮੈਂ 100 ਹੱਥ ਰੱਸਾ ਸਿਰੇ ਤੇ ਗੰਢ। ਦੇਸ਼ ਜਿਹੜਾ ਹੈਗਾ ਉਹ ਸਿਵਲ ਵਾਰ ਦੇ ਦਹਾਨੇ ਤੇ ਆ ਪਹੁੰਚਿਆ। ਜਿਸ ਮੁਲਕ ਦੇ 70% ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਅਲੱਗ ਥਲੱਗ ਮਹਿਸੂਸ ਕਰਨ, ਆਪਣੇ ਆਪ ਨੂੰ ਉਪਰਾਮ ਮਹਿਸੂਸ ਕਰਨ, ਜਿਹੜੇ ਇਹ ਸਮਝਣ ਕਿ ਇਹ ਸਰਕਾਰ ਸਾਨੂੰ ਨਿਆਂ ਨਹੀਂ ਦੇ ਸਕਦੀ, ਇਹ ਸਰਕਾਰ ਸਾਨੂੰ ਨਿਆਂ ਨਹੀਂ ਦੇਗੀ, ਇਹ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਔਰ ਲਗਾਤਾਰ ਕਰ ਰਹੀ ਹੈ, ਇਹ ਸਾਡਾ ਦੁੱਖ ਦਰਦ ਨਹੀਂ ਪਛਾਣਨਾ ਚਾਹੁੰਦੀ, ਨਹੀਂ ਜਾਣਨਾ ਚਾਹੁੰਦੀ, ਤੇ ਫਿਰ ਕੀ ਹੋਏਗਾ? ਅਲਟੀਮੇਟਲੀ ਉਹੀ ਹੋਏਗਾ ਜੋ ਹੋਣਾ ਨਹੀਂ ਚਾਹੀਦਾ। ਯੂ ਸੀ, ਕੰਟਰੀ
is heading towards a civil war। ਗ੍ਰਹਿ ਯੁੱਧ ਵੱਲ ਦੇਸ਼ ਵੱਧ ਰਿਹਾ ਔਰ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਰਿੰਦਰ ਮੋਦੀ, ਅਮਿਤ ਸ਼ਾਹ ਔਰ RSS ਤੇ ਹੋਏਗੀ। 70% ਲੋਕ ਇਹਨਾਂ ਨੇ ਇੱਕ ਪਾਸੇ ਇਕੱਠੇ ਕਰ ਦਿੱਤੇ ਨੇ, ਤੋੜ ਦਿੱਤੇ ਨੇ ਦੇਸ਼ ਨਾਲੋਂ, ਦਿੱਲੀ ਨਾਲੋਂ ਤੋੜ ਰਹੇ ਨੇ ਨਾ ਇਹ ਲੋਕ। ਇਹ ਕਿਸਾਨ ਤਾਂ ਵਿਚਾਰੇ ਜੋੜ ਰਹੇ ਸੀ। ਦਿੱਲੀ ਤੁਸੀਂ ਜਾ ਨਹੀਂ ਸਕਦੇ, ਤੁਸੀਂ ਟਰੈਕਟਰ ਨਹੀਂ ਅੰਦਰ ਲਿਜਾ ਸਕਦੇ, ਤੁਸੀਂ ਆਪ ਨਹੀਂ ਜਾ ਸਕਦੇ, ਅੱਗੇ ਵਧੋਗੇ ਤੇ ਪਾਣੀ ਦੀਆਂ ਤੋਪਾਂ ਮਾਰਾਂਗੇ, ਗੈਸ ਦੇ ਗੋਲੇ ਸਿੱਟਾਂਗੇ, ਫਿਰ ਗੋਲੀਆਂ ਚਲਾਵਾਂਗੇ, ਤੁਹਾਨੂੰ ਮਾਰਾਂਗੇ, ਕੁੱਟਾਂਗੇ, ਕਿਉਂਕਿ ਤੁਸੀਂ ਦਿੱਲੀ ਨੂੰ ਆ ਰਹੇ ਹੋ, ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇਹਦਾ ਮਤਲਬ ਦਿੱਲੀ ਮੋਦੀ ਉਹਨਾਂ ਦੀ ਰਹਿ ਗਈ, ਦਿੱਲੀ ਅਮਿਤ ਸ਼ਾਹ ਦੀ ਰਹਿ ਗਈ, ਤੇ ਸਾਡੀ ਦਿੱਲੀ, ਸਾਡਾ ਦੇਸ਼, ਸਾਡਾ ਵਤਨ, ਸਾਡੀ ਰਾਜਧਾਨੀ, ਫਿਰ ਕੀ ਕਰਾਂਗੇ ਅਸੀਂ? ਇਹ ਕਿੰਨੇ ਸਵਾਲ ਨੇ ਜਿਹੜੇ ਹਰ ਜਾਗਰੂਕ ਸਿੱਖ ਦੇ ਔਰ ਕਿਸਾਨ ਦੇ ਜ਼ਿਹਨ 'ਚ ਬਹੁਤ ਵੱਡਾ ਸਵਾਲੀਆ ਨਿਸ਼ਾਨ ਬਣ ਕੇ ਖੜੇ ਨੇ। ਆਖਿਰ ਅਸੀਂ ਵੀ ਇਨਸਾਨ ਹਾਂ, ਉਹਦੇ ਜਵਾਬ ਇੱਕ ਦਿਨ ਤਾਂ ਦੇਣੇ ਹੀ ਪੈਣਗੇ ਜੇ ਐਗਜ਼ਿਸਟ ਕਰਨਾ ਹੈ, ਜੇ ਇਸ ਦੁਨੀਆ ਵਿੱਚ ਰਹਿਣਾ ਹੈ। ਔਰ ਗੁਰੂ ਮਹਾਰਾਜ ਤਾਂ ਕਿਹਾ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਅਸੀਂ ਆਪਣੀ ਗੱਲ ਜਿਹੜੀ ਹੈ ਉਹ ਕਹਿੰਦੇ ਰਹਿਣਾ, ਜੋ ਰਸਤਾ ਸਾਨੂੰ ਗੁਰੂ ਮਹਾਰਾਜ ਨੇ ਦਿਖਾਇਆ ਉਹਦੇ ਮੁਤਾਬਕ ਅਸੀਂ ਜਦੋਜਹਿਦ ਕਰਨੀ ਹੈ। ਔਰ ਮੈਨੂੰ ਯਕੀਨ ਹੈ ਕਿ ਕਲਗੀਆਂ ਵਾਲਾ ਮਾਲਕ, ਉਹਨੇ ਬਹੁਤ ਕੁਝ ਸਾਨੂੰ ਦਿੱਤਾ ਹੈ, ਉਹਦੀ ਵਿਰਾਸਤ 'ਤੇ ਅਸੀਂ ਪਹਿਰਾ ਦਿੰਦੇ ਹੋਏ ਜਿੱਤ ਸਾਡੀ ਹੋਏਗੀ। ਯਕੀਨੀ ਜਿੱਤ ਜਿਹੜੀ ਹੈ ਉਹ ਕਿਸਾਨ ਦੀ ਹੋਏਗੀ। ਇਸ ਲੜਾਈ ਵਿੱਚ ਅਸੀਂ ਦੁਨੀਆ ਨੂੰ ਦਿਖਾਤਾ ਵੀ ਸਿੱਖ ਕੌਮ ਇਸ ਤਰ੍ਹਾਂ ਦੀ ਹੁੰਦੀ ਹੈ। ਜਿਹੜੇ ਕਹਿੰਦੇ ਸੀ ਨਾ ਜੀ, ਭੁੱਲ ਗਏ ਜੀ, ਇਹ ਤਾਂ ਹੁਣ ਅਮਲੀਆਂ ਦਾ ਦੇਸ਼ ਹੈ ਪੰਜਾਬ, ਇੱਥੇ ਤਾਂ ਜੀ ਇਹ ਸ਼ਰਾਬ ਦਾ ਜੀ, ਇਹ ਨਸ਼ਾ ਖੋਰਾਂ ਦਾ ਜੀ, ਫਲਾਣਾ। ਹੁਣ ਪਤਾ ਲੱਗ ਗਿਆ ਨਾ ਵੀ ਪੰਜਾਬ ਦੀ ਰੂਹ ਕਿੱਥੇ ਆ, ਪੰਜਾਬ ਕਿਵੇਂ ਵੱਸਦਾ, ਸਿੱਖਾਂ ਦੀਆਂ ਟ੍ਰੈਡੀਸ਼ਨਸ ਕੀ ਨੇ। ਅਸੀਂ ਉਹ ਸਾਰੀਆਂ ਟ੍ਰੈਡੀਸ਼ਨ ਅੱਜ 2020 2021 'ਚ ਜਿਊ ਕੇ ਵਿਖਾਤੀਆਂ ਨੇ। ਉਹ ਅੱਜ ਹਰ ਬੱਚੇ ਦੀ ਖੂਨ 'ਚ ਰਮਾ ਨੇ। ਅਰਦਾਸ ਦੀ ਸ਼ਕਤੀ ਜਿਹੜੀ ਹੈ ਉਹ ਦ੍ਰਿਸ਼ਟਮਾਨ ਹੋ ਕੇ ਸਾਹਮਣੇ ਆ ਰਹੀ ਹੈ। ਔਰ ਵਾਹਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਪੌੜੀ ਕਰਨ, ਫਤਿਹ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲੀ ਗੱਲ ਕੀਤੀ ਹੈ ਤੇ ਠੀਕ ਹੀ ਕਿਹਾ ਕਿ ਪੰਜਾਬ ਵਸਦਾ ਗੁਰਾਂ ਤੇ ਨਾਂ ਤੇ ਅੱਜ ਉਹੀ ਸ਼ਕਤੀ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੀ ਹੈ। ਤੁਹਾਡਾ ਸਰ ਆਪਣਾ ਇੰਨਾ ਕੀਮਤੀ ਸਮਾਂ ਕੱਢਣ ਲਈ, ਆਪਣੇ ਰੁਝੇਵੇਂ ਦੇ ਵਿੱਚ ਤੁਸੀਂ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਸੋ ਸਾਨੂੰ ਆਸ ਹੈ ਕਿ ਸਾਡੇ ਸਰੋਤਾਂ ਤੇ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਜਾਂ ਭਵਿੱਖ ਦੇ ਵਿੱਚ ਵੀ ਸਰ ਦੇ ਲੈਕਚਰ ਨੂੰ ਪੜ੍ਹਨਗੇ, ਉਹ ਵੀ ਜੋ ਹੈ ਇਸ ਤੋਂ ਨਵੀਂ ਇਨਸਾਈਟਸ ਜਿਹੜੀਆਂ ਲੈਣਗੇ।